ਵਾਇਸ ਆਫ ਇੰਡੀਆ ਤੋਂ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਅੱਜ ਦੇ ਦਿਨ ਤੇ ਵਿਸ਼ੇਸ਼ ਜੈਨੋਸਾਈਡ ਪ੍ਰੀਵੈਂਸ਼ਨ ਡੇ ਐਂਡ ਇਟਸ ਰਿਸਪੌਂਸਿਬਿਲਿਟੀ। ਮੇਰੇ ਨਾਲ ਨੇ ਸਾਡੇ ਸੀਨੀਅਰ ਹੋਸਟ ਸਰ ਹਰਪ੍ਰੀਤ ਸਿੰਘ ਜਵੰਦਾ। ਜਵੰਦਾ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮਿਹਰਬਾਨੀ। ਜਵੰਦਾ ਜੀ, ਅੱਜ ਦੇ ਦਿਨ ਹਾਂਜੀ UN ਨੇ ਇੱਕ ਫੈਸਲਾ ਕੀਤਾ ਸੀਗਾ ਕਿ ਪਹਿਲੀਆਂ ਦੋ ਸੰਸਾਰ ਜੰਗਾਂ ਜਿਹੜੀਆਂ ਹੋਈਆਂ, ਪਹਿਲੀ ਵਰਲਡ ਵਾਰ, ਫਸਟ ਵਰਲਡ ਵਾਰ, ਸੈਕੰਡ ਵਰਲਡ ਵਾਰ, ਬਹੁਤ ਦੁਨੀਆ ਦਾ ਘਾਣ ਹੋਇਆ। ਹਾਂਜੀ ਔਰ ਇੱਕ ਕੌਮ ਦੀ ਤਬਾਹੀ ਵਾਸਤੇ ਕੁਛ ਲੋਕਾਂ ਨੇ ਕਸਰ ਬਾਕੀ ਨਹੀਂ ਛੱਡੀ। ਹਾਂਜੀ ਜਿਊਸ਼ ਨੂੰ ਟਾਰਗੇਟ ਬਣਾਇਆ ਗਿਆ। ਉਦੋਂ ਯੂਰਪ ਜਿਹੜਾ ਸੀ ਉਹ ਜਰਮਨ ਯੂਰਪ ਹੀ ਹੁੰਦਾ ਸੀਗਾ। ਹਾਂਜੀ ਹੋਰ ਕਿਸੇ ਦੀ ਗੱਲ ਨਹੀਂ ਸੀ ਹੁੰਦੀ ਬਹੁਤੀ। ਜਿਹੜਾ ਕੋਈ ਦੂਜਾ ਉੱਠਦਾ ਸੀਗਾ ਉਹਨੂੰ ਸਨੱਪ ਕਰਤਾ ਜਾਂਦਾ ਸੀ। ਉਸ ਤੋਂ ਬਾਅਦ ਇਹ ਸੰਸਾਰ ਜੰਗ ਤੋਂ ਬਾਅਦ ਇੱਕ ਫੈਸਲਾ ਹੋਇਆ ਕਿ ਜਿਹੜੇ ਜੈਨੋਸਾਈਡ ਰੋਕਣੇ ਚਾਹੀਦੇ, ਪਰ ਰੁਕੇ ਨਹੀਂ। ਕਿਸੇ ਤਰੀਕੇ ਨਾਲ ਵੀ ਇਹ 'ਤੇ ਰੋਕ ਨਹੀਂ ਲੱਗ ਸਕੀ। UN ਦੇ ਸੁਪਨੇ ਪੂਰੇ ਨਹੀਂ ਹੋਏ। ਅਸੀਂ ਆਪਣੇ ਬੈਕ ਹੋਮ ਦੇਖੀਏ, ਇੰਡੀਆ ਦੇ ਵਿੱਚ 1984 'ਚ ਕੀ ਕੁਛ ਹੋਇਆ। ਠੀਕ ਹੈ ਜੀ। ਉਸ ਤੋਂ ਬਾਅਦ ਵੀ ਲਗਾਤਾਰ ਜਾਰੀ ਹੈ। ਇਕੱਲੇ ਇੰਡੀਆ 'ਚ ਨਹੀਂ, ਪੂਰੇ ਵਰਲਡ ਦੇ ਵਿੱਚ ਜਾਰੀ ਹੈ। ਇਸ ਤਰੀਕੇ ਨਾਲ ਉਹ ਕੋਈ ਨਾ ਕੋਈ ਤਰੀਕਾ ਲੱਭੀ ਰੱਖਦੇ ਆ ਜਿਹਦੇ ਨਾਲ ਉਹ ਮਨੁੱਖਤਾ ਦਾ ਘਾਣ ਕਰਨ, ਇੱਕ ਪਰਟੀਕੂਲਰ ਕੌਮ ਦਾ ਨੁਕਸਾਨ ਕਰਨ, ਉਹਦਾ ਖੁਰਾ ਖੋਜ ਮਿਟਾਉਣ ਦੀ ਕੋਸ਼ਿਸ਼ ਕਰਦੇ, ਉਹ 'ਚ ਲੱਗੇ ਹੋਏ। ਅੱਜ ਦੇ ਦਿਨ ਉਹਨਾਂ ਲੋਕਾਂ ਨੂੰ ਯਾਦ ਕਰਨ ਦਾ ਦਿਨ ਵੀ ਹੈ ਜਿਨ੍ਹਾਂ ਨੂੰ ਇਸ ਬਹਾਨੇ ਇਸ ਸੰਸਾਰ ਤੋਂ ਵਾਸ਼ ਆਊਟ ਕਰਤਾ ਗਿਆ, ਖ਼ਤਮ ਕਰਤਾ ਗਿਆ, ਮਾਰਤਾ ਗਿਆ। ਉਹਨਾਂ ਨੂੰ ਯਾਦ ਕਰਨ ਦਾ ਵੀ ਦਿਨ। ਇਸ ਬਹਾਨੇ ਇਹ ਵੀ ਦਿਨ ਮਨਾਉਣ ਦਾ ਜਿਹੜਾ ਸਬੱਬ ਬਣਦਾ ਕਿ ਸਾਨੂੰ ਲੋਕਾਂ ਨੂੰ ਅਵੇਅਰਨੈਸ ਹੋਣੀ ਚਾਹੀਦੀ ਕਿ ਜੈਨੋਸਾਈਡ ਕਿਵੇਂ ਕੀਤੀ ਜਾਂਦੀ ਹੈ, ਸਰਕਾਰਾਂ ਕਿਵੇਂ ਪਲਾਨ ਕਰਦੀਆਂ, ਛੋਟੀਆਂ ਕੌਮਾਂ ਨੂੰ ਦਬਾਉਣ ਵਾਸਤੇ ਵੱਡੀਆਂ ਕੌਮਾਂ ਕਿਵੇਂ ਪਲਾਨ ਕਰਦੀਆਂ ਹੈਗੀਆਂ। ਕੀ ਕਹੋਗੇ? ਦੇਖੋ ਜੀ, ਸਬਜੈਕਟ ਬਹੁਤ ਜ਼ਿਆਦਾ ਵਾਸਟ ਹੈ ਜੀ। ਬਹੁਤ ਚੀਜ਼ਾਂ ਕਵਰ ਅਪ ਕਰ ਸਕਦੇ ਹਾਂ ਅਸੀਂ, ਲੇਕਿਨ ਮੈਂ ਤੁਹਾਨੂੰ ਇੰਨੀ ਗੱਲ ਦੱਸਾਂਗਾ ਕਿ ਕਤਲੇਆਮ ਹੁੰਦੇ ਆਏ ਜੀ ਸ਼ੁਰੂ ਤੋਂ। ਤੁਸੀਂ ਜੇ ਅੱਜ ਤੋਂ 4, 5, 600 ਸਾਲ ਜਾਂ 1000 ਈਅਰਸ ਬੈਕ ਜਾਓ ਤਾਂ ਤੁਹਾਨੂੰ ਕਿੰਨੇ ਐਪੀਸੋਡ ਐਸੇ ਮਿਲ ਸਕਦੇ ਆ ਜਿਹਦੇ 'ਚ ਕਤਲ ਹੋਏ ਆ, ਜਿਹੜਾ ਕੌਮਾਂ ਦਾ ਘਾਣ ਹੋਇਆ ਹੈ। ਔਰ ਜਦੋਂ ਹੋਇਆ ਉਹਦੇ ਵਾਸਤੇ ਇੱਕ ਗਰਾਊਂਡ ਤਿਆਰ ਕੀਤੀ ਗਈ ਪਹਿਲਾਂ। ਠੀਕ ਹੈ ਜੀ। ਗਰਾਊਂਡ ਤਿਆਰ ਕੀਤੀ ਗਈ ਹੈ ਕਿ ਇੱਕ ਮਾਸ ਮੂਵਮੈਂਟ ਪਹਿਲਾਂ ਤਿਆਰ ਕੀਤੀ ਜਾਂਦੀ ਹੈ ਕਿ ਜੀ ਇਹਨਾਂ ਦੀ ਜਿਹੜੀ ਐਗਜ਼ਿਸਟੈਂਸ ਹੈ ਸਾਡੇ ਵਾਸਤੇ ਡੇਂਜਰਸ ਹੈ, ਖਤਰਾ, ਮਨੁੱਖਤਾ ਵਾਸਤੇ ਖਤਰਾ ਹੈਗੀ। ਸਾਡੇ ਵਾਸਤੇ ਨਹੀਂ, ਲਾਈਕ ਸਾਰਿਆਂ ਵਾਸਤੇ। ਹਾਂਜੀ ਹਾਂਜੀ, ਜਿਹੜੇ ਕਹਿੰਦੇ ਆ। ਹਾਂਜੀ। ਫਿਰ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਜਾਂਦਾ ਹੈ। ਫਿਰ ਉਹਨਾਂ ਨੂੰ ਕਾਰਨਰ ਆਊਟ ਕੀਤਾ ਜਾਂਦਾ ਹੈ, ਇੱਕ ਨੁਕਰੇ ਲਾਇਆ ਜਾਂਦਾ ਹੈ। ਫਿਰ ਉਹਨਾਂ 'ਤੇ ਪਾਬੰਦੀਆਂ ਲਾਈਆਂ ਜਾਂਦੀਆਂ ਨੇ। ਠੀਕ ਹੈ ਜੀ। ਜਦੋਂ ਉਹ ਘੁੱਟਣ ਮਹਿਸੂਸ ਕਰਦੇ ਹੋਏ ਆਪਣਾ ਰਿਐਕਟ ਕਰਦੇ ਨੇ ਅਤੇ ਫਿਰ ਉਹ ਰਿਐਕਸ਼ਨ ਨੂੰ ਦਬਾਉਣ ਦੇ ਪ੍ਰੋਸੈਸ 'ਚ ਉਹਨਾਂ ਦਾ ਘਾਣ ਕੀਤਾ ਜਾਂਦਾ। ਇਹਨੂੰ ਜੈਨੋਸਾਈਡ। ਹਾਂਜੀ। ਔਰ ਇਸ ਤੋਂ ਬਾਅਦ ਦਾ ਹੁੰਦਾ ਹੈ ਜਿਹੜਾ ਪ੍ਰੋਸੈਸ ਹੈ, ਉਹ ਹੁੰਦਾ ਹੈ ਕਿ ਉਸ ਜੈਨੋਸਾਈਡ ਨੂੰ ਸਰਟੀਫਾਈ ਕਰਨ ਵਾਸਤੇ, ਉਸ ਜੈਨੋਸਾਈਡ ਨੂੰ ਸਹੀ ਸਿੱਧ ਕਰਨ ਵਾਸਤੇ ਇੱਕ ਮੂਵਮੈਂਟ ਚੱਲਦੀ ਹੈਗੀ ਕਿ ਇਹਨਾਂ ਦਾ ਮਰਨਾ ਜਿਹੜਾ ਸੀ ਉਹ ਜੈਨੂਇਨ ਸੀ, ਇਹਨਾਂ ਨੂੰ ਮਰਨਾ ਹੀ ਚਾਹੀਦਾ ਸੀ। ਠੀਕ ਹੈ। ਵਾਜਿਬ ਸੀ, ਉਹਨਾਂ ਦਾ ਖਾਤਮਾ ਵਾਜਿਬ ਸੀ। ਹਾਂ, ਖਾਤਮਾ ਵਾਜਿਬ ਸੀ। ਠੀਕ ਹੈ ਜੀ। ਇਹ ਮਤਲਬ ਇੱਕ ਸਰਟਨ ਪ੍ਰੋਸੈਸ ਹੁੰਦਾ ਜਿਹੜਾ ਆਲਮੋਸਟ ਸੇਮ ਹੀ ਹੁੰਦਾ ਹੈਗਾ। ਹੁਣ ਦੂਜੀ ਗੱਲ ਹੈ ਕਿ ਇਹ ਜੈਨੋਸਾਈਡ ਜਿਹੜੇ ਨੇ ਇਹ ਕਿੱਥੇ ਹਾਈਲਾਈਟ ਹੋਏ, ਕਿੱਥੇ ਹਾਈਲਾਈਟ ਨਹੀਂ ਹੋਏ। ਠੀਕ ਹੈ ਜੀ। ਉਹ ਤੁਸੀਂ ਦੇਖਿਆ ਹੋਣਾ ਕਿ ਅਮੀਰ ਇੱਕ ਆਦਮੀ ਦਾ ਕੁੱਤਾ ਹੀ ਮਰ ਜਾਏ, ਠੀਕ ਹੈ ਜੀ, ਜਾਂ ਉਹਦੇ ਘਰ ਵਿੱਚ ਕੋਈ ਛੋਟੀ ਜਿਹੀ ਨੁਕਸਾਨ ਹੋ ਜਾਏ ਤੇ ਕਿੰਨੇ ਲੋਕੀ ਉਸ 'ਤੇ ਅਫਸੋਸ ਕਰਨ ਜਾਂਦੇ ਨੇ ਇੱਦਾਂ ਦੀ ਇਸ ਤਰ੍ਹਾਂ ਨਾ। ਲੇਕਿਨ ਇੱਕ ਗਰੀਬ ਬੰਦਾ ਹੈ ਜਾਂ ਡਾਊਨ ਟੋਡਨ ਬੰਦਾ ਹੈ, ਉਹਦੇ ਘਰ 'ਚ ਭਾਵੇਂ ਉਹਦੀ ਇੱਕ ਦੁਧਾਰੂ ਮੱਝ ਮਰ ਜਾਏ ਜਾਂ ਕੋਈ ਹੋਰ ਮੱਝ, ਉਹਦੇ 'ਚ ਕੋਈ ਖਾਸ ਨਹੀਂ ਪਤਾ ਲੱਗਦਾ ਹੈਗਾ। ਸੋ ਸੇਮ ਚੀਜ਼ ਹੈ ਕਿ ਅਗਰ ਇੱਕ ਬੜੇ ਹੀ ਡਿਵੈਲਪ ਏਰੀਏ 'ਚ ਜਾਂ ਡਿਵੈਲਪ ਰੀਜਨ 'ਚ ਕੋਈ ਜੈਨੋਸਾਈਡ ਹੋਇਆ, ਠੀਕ ਹੈ ਜੀ, ਉਹ ਹਾਈਲਾਈਟ ਹੁੰਦਾ ਬਹੁਤ ਜ਼ਿਆਦਾ। ਠੀਕ ਹੈ ਜੀ। ਤੁਹਾਨੂੰ ਯਾਦ ਹੋਏਗਾ ਅੱਜ ਤੋਂ ਕੋਈ ਤਕਰੀਬਨ 30 ਸਾਲ ਪਹਿਲੇ ਬੋਸਨੀਆ ਹਰਜ਼ਗੋਵੀਨਾ ਇੱਕ ਜਗ੍ਹਾ ਯੂਰਪ 'ਚ, ਠੀਕ ਹੈ, ਯੂਗੋਸਲਾਵੀਆ ਦਾ ਪਾਰਟ ਸੀ, ਉੱਥੇ ਬਹੁਤ ਜ਼ਿਆਦਾ ਕਤਲੇਆਮ ਹੋਇਆ ਇੱਕ ਪਰਟੀਕੂਲਰ ਕਮਿਊਨਿਟੀ ਦਾ। ਠੀਕ ਹੈ ਜੀ। ਔਰ ਜਿੱਥੇ ਤੁਹਾਨੂੰ ਪਤਾ ਹੋਏਗਾ ਖਾਲਸਾ ਏਡ ਨੇ ਜਿਹੜੀ ਪਹਿਲੀ ਉਹ ਰਿਲੀਜ਼ ਸੀ ਉੱਥੋਂ ਸਟਾਰਟ ਪਹਿਲੀ ਵਾਰੀ ਏਡ ਪਹੁੰਚਾਈ। ਹਾਂਜੀ।
ਤੇ ਬੋਸਨੀਆ ਹਰਜ਼ੋਗੋਵੀਨਾ ਜਗ੍ਹਾ ਬੜੀ ਹੈ ਹੁਣ ਤੇ ਚਲੋ ਪਰਮਾਤਮਾ ਦੀ ਕਿਰਪਾ ਉੱਥੇ, ਠੀਕ ਹੈ ਜੀ। ਪਰ ਉਸ ਟਾਈਮ ਤੇ ਔਰ ਔਨ ਦਾ ਕੰਟਰੀ ਦੇਖੋ ਇੱਕ ਕੋਂਗੋ ਜਗ੍ਹਾ ਹੈ, ਸੁਡਾਨ ਹੈ, ਸਾਊਥ ਸੁਡਾਨ ਕੰਟਰੀ ਵੱਖਰਾ ਹੋਇਆ ਸੀ, ਠੀਕ ਹੈ ਜੀ। ਉੱਥੇ ਬਹੁਤ ਜ਼ਿਆਦਾ ਕਾਂਡ ਹੋਇਆ, ਸੋਮਾਲੀਆ 'ਚ ਬਹੁਤ ਜ਼ਿਆਦਾ ਕਾਂਡ ਹੋਇਆ, ਠੀਕ ਹੈ। ਉਹ ਦੇਸ਼ ਗਰੀਬ ਵੀ ਬਹੁਤ ਹੈ, ਭੁੱਖ ਨਾਲ ਮਰੇ ਪਏ। ਹਾਂਜੀ, ਉਹਨਾਂ ਦਾ ਨੋਟ ਨਹੀਂ ਲਿਆ ਜਾਂਦਾ, ਠੀਕ ਹੈ ਜੀ। ਹੁਣ ਫਰੈਂਚ ਕੋਲੋਨੀਜ਼ ਕਾਫੀ ਸੀ ਸਾਊਥ ਅਫਰੀਕਨ ਕੰਟਰੀਜ਼ 'ਚ, ਠੀਕ ਹੈ ਜੀ। ਉੱਥੇ ਬਹੁਤ ਜ਼ਿਆਦਾ ਹੋਇਆ। ਮੋਸੋਲੀਨੀ ਜਿਹੜਾ ਉਹਨੇ ਬਹੁਤ ਕੀਤਾ ਹੈ ਨਾ। ਹਿਟਲਰ, ਚਲੋ ਅਸੀਂ ਇਹ ਨਹੀਂ ਕਹਿੰਦੇ ਕਿ ਬਹੁਤ ਉਹ ਜ਼ਾਲਮ, ਹੋਰ ਵੀ ਬਹੁਤ ਹੋਏ ਨੇ ਜਿਹੜੇ, ਲੇਕਿਨ ਕਈ ਜਗ੍ਹਾ ਦਾ ਹਾਈਲਾਈਟ ਹੋ ਗਏ, ਕਈ ਜਗ੍ਹਾ 'ਤੇ ਨਹੀਂ ਹੋਏ, ਠੀਕ ਹੈ ਜੀ। ਹਿਟਲਰ ਵਰਗੇ ਹੋਰ ਬਹੁਤ ਹੈ, ਅੱਜ ਵੀ ਹੈ। ਹਾਂਜੀ, ਹੁਣ ਮੈਂ ਤੁਸੀਂ 84 ਦਾ ਜ਼ਿਕਰ ਕੀਤਾ। 84 ਦਾ ਮੈਂ ਤੁਹਾਨੂੰ ਇੰਨੀ ਗੱਲ ਕਹਿਣਾ ਚਾਹੁੰਦਾ ਕਿ ਜਦੋਂ ਕੋਈ ਜੈਨੋਸਾਈਡ ਸਟਾਰਟ ਕੀਤਾ ਜਾਂਦਾ ਨਾ, ਉਦੋਂ ਜਿਹੜੇ ਲੋਕਤੰਤਰ ਦੇ 4 ਸਤੰਭ ਨੇ ਜਿਹੜੇ, ਇੱਕ ਅਫਸਰਸ਼ਾਹੀ ਹੈ, ਇੱਕ ਨਿਆਂਪਾਲਿਕਾ ਅਤੇ ਅਖਬਾਰਾਂ, ਠੀਕ ਹੈ ਜੀ। ਇਹ 3 ਜਿਹੜੇ ਨੇ, ਇਹ ਸਾਰਿਆਂ ਨੂੰ ਪਹਿਲਾਂ ਇੱਕ ਸਪੈਸੀਫਿਕ ਮੋਡ ਦਿੱਤਾ ਜਾਂਦਾ ਹੈਗਾ। ਇੱਕ ਇਹਨਾਂ ਨੂੰ ਇੰਸਟਰਕਸ਼ਨ ਹੁੰਦੀ ਸਟੇਟ ਵੱਲੋਂ ਕਿ ਤੁਸੀਂ ਆਹ ਲਿਖਣਾ, ਆਹ ਬੋਲਣਾ ਅਤੇ ਇੱਦਾਂ ਨਿਆਂ ਕਰਨਾ, ਠੀਕ ਹੈ ਜੀ। ਹਾਲਾਂਕਿ ਬਹੁਤ ਵੱਡਾ ਵਾਸਟ ਟੌਪਿਕ ਹੈ, ਲੇਕਿਨ ਮੈਂ ਇੱਦਾਂ ਕਹਾਂਗਾ ਕਿ ਇਹਦੇ ਵਾਸਤੇ ਆਵਾਜ਼ ਉਠਾਉਣੀ ਬਹੁਤ ਜ਼ਰੂਰੀ ਹੈ। ਬਿਲਕੁਲ, ਠੀਕ ਹੈ ਜੀ। ਆਪਣਾ ਪੱਖ ਰੱਖਣਾ, ਆਪਣਾ ਪੁਆਇੰਟ ਆਫ ਵਿਊ ਜਿਹੜਾ, ਆਪਣਾ ਨੁਕਤਾ ਨਜ਼ਰ ਜਿਹੜਾ, ਉਹ ਦੁਨੀਆ ਨੂੰ ਦੱਸਣਾ ਬਹੁਤ ਜ਼ਰੂਰੀ ਹੈ। ਔਰ ਉਹ ਤਾਂ ਹੀ ਦਿੱਤਾ ਜਾ ਸਕਦਾ, ਤਾਂ ਹੀ ਰੱਖਿਆ ਜਾ ਸਕਦਾ ਜੇ ਅਵੇਅਰਨੈਸ ਹੋਏ। ਤੁਸੀਂ ਅਵੇਅਰਨੈਸ ਦੀ ਗੱਲ ਕੀਤੀ, ਔਰ ਹੁਣ ਸਵਾਲ ਉੱਠਦਾ ਅਵੇਅਰਨੈਸ ਕਿੱਦਾਂ ਹੋਏ। ਹਾਂਜੀ, ਅਵੇਅਰਨੈਸ ਦੀ ਗੱਲ ਤੁਹਾਨੂੰ ਦੱਸਦਾ ਕਿ ਜਦੋਂ 1945 'ਚ ਹੀਰੋਸ਼ੀਮਾ ਨਾਗਾਸਾਕੀ 'ਚ ਬੰਬ ਸੁੱਟੇ ਗਏ ਅਤੇ ਜਿਹੜੀ ਸੈਕਿੰਡ ਵਰਲਡ ਵਾਰ ਸੀ ਇੱਕਦਮ ਖਤਮ ਹੋ ਗਈ, ਉਸ ਟਾਈਮ ਤੱਕ ਜੂਇਸ਼ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਸੀ। ਤਾਂ ਕਮ ਸੇ ਕਮ ਵੀ ਤੇ 8-9 ਮਿਲੀਅਨ ਲੋਕ ਜਿਹੜੇ ਖਤਮ ਹੋ ਗਏ। ਫਿਰ ਉਹਨਾਂ ਨੇ ਸਿਰ ਜੋੜਿਆ, ਜਦੋਂ ਸਾਰਾ ਕੁਝ ਇਕੱਠਾ ਕੀਤਾ, ਆਪਣੇ ਜ਼ਿੰਦਗੀ ਫਿਰ ਵਾਪਸ ਟਰੈਕ 'ਤੇ ਲਿਆਉਣ ਦੀ ਕੋਸ਼ਿਸ਼ ਸਟਾਰਟ ਹੋਈ। ਅਤੇ ਉਹਨਾਂ ਦੇ ਜਿਹੜੇ ਦਾਨਿਸ਼ਵਰ ਬੰਦੇ ਸੀ, ਉਹਨਾਂ ਨੇ ਕਿਹਾ ਕੀ ਕੀਤਾ ਜਾਏ। ਹੁਣ ਉਹਨਾਂ ਨੇ ਕਰਕੇ ਨਾ ਥੋੜ੍ਹੀ ਮੀਟਿੰਗ ਕਰਕੇ ਜਾਂ ਸਿਰ ਜੋੜ ਕੇ ਕੁਝ ਫੈਸਲੇ ਕੀਤੇ। ਸਭ ਤੋਂ ਵੱਡਾ ਫੈਸਲਾ ਸੀ ਕਿ ਅਸੀਂ ਆਪਣੀ ਜਿਹੜੀ ਜਨਰੇਸ਼ਨ ਹੈ ਨੈਕਸਟ ਹੈ, ਉਹਨੂੰ ਪੜ੍ਹਾਉਣਾ ਹੈ, ਐਜੂਕੇਸ਼ਨ ਦੇਣੀ ਹੈਗੀ ਹੈ, ਠੀਕ ਹੈ ਜੀ। ਦੂਜੀ ਗੱਲ ਉਹਨਾਂ ਨੇ ਕਿਹਾ ਹੈ ਕਿ ਜੋ ਸਾਡੇ ਨਾਲ ਹੋਇਆ ਹੈਗਾ, ਐਜੂਕੇਸ਼ਨ ਇੱਕ ਤਾਂ ਹੁੰਦੀ ਕਿ ਐਕੈਡੈਮਿਕ ਐਜੂਕੇਸ਼ਨ, ਦੂਜਾ ਉਹਨਾਂ ਨੇ ਇਹ ਕਿਹਾ ਕਿ ਜੋ ਇਹਨਾਂ ਦੇ ਨਾਲ ਹੋਇਆ, ਇਹਨਾਂ ਦੇ ਪਿਓਆਂ ਨਾਲ ਜਾਂ ਇਹਨਾਂ ਦੇ ਦੱਸਿਆ ਜਾਵੇ, ਉਹ ਇਹਨਾਂ ਨੂੰ ਦੱਸਿਆ ਜਾਏ, ਠੀਕ ਹੈ ਜੀ। ਤੀਜਾ ਜੋ ਸਾਡੇ ਨਾਲ ਹੋਇਆ ਉਹ ਦੁਨੀਆ ਨੂੰ ਦੱਸਿਆ ਜਾਏ, ਠੀਕ ਹੈ ਜੀ। ਔਰ ਚੌਥਾ ਉਹਨਾਂ ਨੇ ਇਹ ਡਿਸੀਜਨ ਲਿਆ ਕਿ ਅਸੀਂ ਆਪਣੀ ਐਗਜ਼ਿਸਟੈਂਸ ਜਿਹੜੀ ਹੈ, ਆਪਣੀ ਜਿਹੜੀ ਹੋਂਦ ਹੈ, ਉਹਨੂੰ ਸਾਰੀ ਦੁਨੀਆ 'ਚ ਫੈਲਾਉਣਾ ਹੈਗਾ, ਠੀਕ ਹੈ ਜੀ। ਪਹਿਲਾਂ ਦੇਖੋ ਆਪਣੀ ਹਿਸਟਰੀ, ਦੂਜੀ ਇਸਟੈਬਲਿਸ਼ਮੈਂਟ, ਐਜੂਕੇਸ਼ਨਲ ਇਸਟੈਬਲਿਸ਼ਮੈਂਟ, ਤੀਜੀ ਜਿਹੜੀ ਨੈਕਸਟ ਜਨਰੇਸ਼ਨ ਹੈ ਜਿਹੜੀ ਆਉਣ ਵਾਲੀ ਹੈ, ਉਹਨਾਂ ਦੀ ਇਸਟੈਬਲਿਸ਼ਮੈਂਟ, ਚੌਥੀ ਦੁਨੀਆ 'ਚ ਕਿੱਦਾਂ ਫੈਲਣਾ ਹੈਗਾ। ਆਪਾਂ ਲੰਮੀ ਡਿਸਕਸ਼ਨ 'ਤੇ ਨਹੀਂ ਹੁੰਦੇ, ਲੇਕਿਨ ਹੁਣ ਤੁਸੀਂ ਦੇਖ ਲਓ ਜਿੰਨੇ ਵੀ ਵੱਡੇ ਵੱਡੇ ਕਾਰਪੋਰੇਸ਼ਨਸ ਹੈ, ਵੱਡੇ ਵੱਡੇ ਬਿਜ਼ਨਸ ਆਰਗੇਨਾਈਜੇਸ਼ਨ ਹੈ ਦੁਨੀਆ ਪੱਧਰ 'ਤੇ, ਉਹਨਾਂ ਜਿੰਨੇ ਜਿਹੜੇ ਹੈਡ ਨੇ ਸਾਰੇ ਉਹ ਨੇ ਦੁਨੀਆ ਦੀ ਇਕੋਨਮੀ 'ਤੇ ਕਹਿੰਦੇ ਜੀ ਉਹਨਾਂ ਦਾ ਕਬਜ਼ਾ ਹੈ। ਹਾਂਜੀ, ਨੋਬਲ ਪ੍ਰਾਈਜ਼ ਜਿਹੜੇ ਨੇ ਸਭ ਤੋਂ ਵੱਧ ਉਹਨਾਂ ਦਿੱਤੇ ਹੈਗੇ, ਠੀਕ। ਐਜੂਕੇਸ਼ਨ ਜਿਹੜਾ ਉਹ ਤੇ ਉਹਨਾਂ ਦਾ ਬਹੁਤ ਜ਼ਿਆਦਾ ਉਹਨਾਂ ਨੇ ਪ੍ਰੋਗਰੈਸ ਕੀਤੀ ਹੈ, ਠੀਕ ਹੈ ਜੀ। ਸੋ ਇਹ ਹੈ ਜੀ, ਮੈਂ ਤੁਹਾਨੂੰ ਬਰੀਫਲੀ ਕਰਕੇ ਦੱਸਿਆ ਕਿ ਜੈਨੋਸਾਈਡ ਜਿਹੜਾ ਉਹ ਹੁੰਦਾ ਰਹਿਣਾ ਅੱਗੋਂ ਵੀ। 84 ਵਿੱਚ ਜਿਹੜਾ ਦਿੱਲੀ ਕਤਲੇਆਮ ਹੋਇਆ, ਹਾਂਜੀ, ਔਰ ਨਾਲ ਦੀ ਨਾਲ ਪੰਜਾਬ ਵਿੱਚ ਵੀ ਚੱਲ ਰਿਹਾ ਸੀ। ਉਸ ਤੋਂ ਬਾਅਦ ਵੀ ਕਈ ਸਾਲ, 5-6 ਸਾਲ ਤੱਕ, ਤਕਰੀਬਨ 90-92 ਤੱਕ, ਹਾਂਜੀ, ਉਸ ਤਰੀਕੇ ਨਾਲ ਹੀ ਹੋਇਆ। ਬੱਸਾਂ ਚੋਂ ਕੱਢ ਕੇ ਨੌਜਵਾਨ ਅਲੂਏ ਜਿਹੇ ਮੁੰਡਿਆਂ ਨੂੰ, ਠੀਕ ਹੈ ਜੀ, ਖਤਮ ਕਰਨਾ। ਉਹ ਅਲੂਏ ਮੁੰਡਿਆਂ ਨੂੰ ਖਤਮ ਕਰਨ ਦੇ ਪਿੱਛੇ ਕਾਰਨ ਹੀ ਇਹ ਸੀਗਾ ਕਿ ਇਹ ਕੱਲ੍ਹ ਨੂੰ ਵੱਡੇ ਹੋ ਕੇ ਇਹਨਾਂ ਨੂੰ ਪਤਾ ਹੀ ਨਹੀਂ ਲੱਗੇ ਕੀ ਹੋਇਆ ਸੀ, ਕੀ ਨਹੀਂ ਸੀ ਹੋਇਆ, ਜਾਂ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੀ ਨਾ ਹੋਣ ਦਿੱਤਾ ਜਾਵੇ। ਬੁੱਢੇ ਮਾਪੇ ਉਹਨਾਂ ਦੇ ਘਰੇ ਬੈਠੇ ਰੋਂਦੇ ਹੀ ਮਰ ਗਏ, ਠੀਕ ਹੈ ਜੀ। ਇੱਕ ਸੱਜਣ ਨੇ ਕੋਸ਼ਿਸ਼ ਕੀਤੀ ਇਸ ਸਾਰੇ ਕੁਝ ਨੂੰ ਬੇਪਰਦ ਕਰਨ ਦੀ, ਉਹਦੇ ਨਾਲ ਕੀ ਕੁਛ ਵਾਪਰਿਆ ਉਹ ਭਾਵੇਂ ਉਹਨੂੰ ਕੋਈ ਨਹੀਂ ਉਹਦੀ ਸ਼ਲਾਘਾ ਕਰਦਾ ਜਾਂ ਕਦੀ ਨਾਂ ਲੈ ਲਿਆ, ਠੀਕ ਹੈ ਜੀ। ਅੱਜ ਜਸਵੰਤ ਸਿੰਘ ਖਾਲੜਾ ਦੀ ਗੱਲ ਖਾਲੜਾ ਸਾਹਿਬ ਦੀ ਗੱਲ ਕਰਦਾ ਮੈਂ ਜੀ। ਜਸਵੰਤ ਸਿੰਘ ਖਾਲੜਾ ਨੇ ਕਿੰਨੀਆਂ ਲਾਸ਼ਾਂ ਜਿਹੜੀਆਂ ਸਰਕਾਰ ਨੇ ਅਣਪਛਾਤੀਆਂ ਕਹਿ ਕੇ ਸੰਸਕਾਰ ਕਰਤੇ, ਸੰਸਕਾਰ ਵੀ ਨਹੀਂ ਕਰਤੇ, ਬੇਅਦਬੀ ਨਾਲ ਸੰਸਕਾਰ ਕਰਤੇ, ਇੱਜ਼ਤ ਮਾਣਨਾ ਨਹੀਂ। ਹਾਂਜੀ, ਸਾਡੀ ਕਮਿਊਨਿਟੀ ਵਿੱਚ ਜਾਂ ਸਾਰੀਆਂ ਕਮਿਊਨਿਟੀ 'ਚ, ਮੈਂ ਇੱਥੇ ਕੈਨੇਡਾ ਆ ਕੇ ਬਾਕੀਆਂ ਕਮਿਊਨਿਟੀਜ਼ ਦਾ ਵੀ ਪਤਾ ਲੱਗਾ
ਮਰੇ ਬੰਦੇ ਦਾ ਇੰਨਾ ਸਤਿਕਾਰ ਹੁੰਦਾ, ਸ਼ਾਇਦ ਜਿਉਂਦੇ ਦਾ ਉਹ ਨਹੀਂ ਕਰ ਸਕਦੇ ਹੋਣਗੇ, ਪਰ ਇੱਥੇ ਜਿਉਂਦੇ ਦਾ ਵੀ ਹੁੰਦਾ। ਸਾਡੇ ਉੱਥੇ ਜਿਉਂਦੇ ਦੇ ਵੀ ਨਹੀਂ ਹੋਏ ਤੇ ਮਰੇ ਦੇ ਵੀ ਨਹੀਂ ਹੋਏ। ਜਸਵੰਤ ਸਿੰਘ ਖਾਲੜਾ ਨੇ ਉਹ ਰਿਪੋਰਟ ਤਿਆਰ ਕਰਨੀ ਸ਼ੁਰੂ ਕੀਤੀ ਤੇ ਕਿਸ ਤਰੀਕੇ ਨਾਲ ਉਹਨੂੰ ਐਲੀਮੀਨੇਟ ਕਰਤਾ ਗਿਆ, ਉਸ ਤੋਂ ਬਾਅਦ ਕਦੀ ਉਹਦਾ ਨਾਂ ਹੀ ਨਹੀਂ ਲਿਆ। ਹਾਂਜੀ, ਇਹ ਉਸ ਕੌਮ ਦੀ ਜਿਹੜੀ ਹੈ ਤਰਾਸਦੀ ਨਹੀਂ ਕਹੀ ਜਾ ਸਕਦੀ। ਤਰਾਸਦੀ ਦੇਖੋ ਜੀ, ਜਿਹੜਾ ਐਡਾ ਵੱਡਾ ਇਨਸਾਨ ਸੀ, ਐਡਾ ਦਲੇਰ ਇਨਸਾਨ ਸੀ, ਉਹਦੀ ਵਾਈਫ ਜਿਹੜੀ ਹੈ ਉਹ ਇਲੈਕਸ਼ਨ 'ਚ ਹਾਰ ਗਈ। ਠੀਕ ਹੈ ਜੀ। ਉਹ ਮੈਂ ਇਹ ਕਹਿਣਾ ਕਿ ਜੇ ਤੁਸੀਂ ਅਗਰ ਕਿਸੇ ਨੂੰ, ਇੱਕ ਸ਼ਹੀਦ ਨੂੰ ਜਾਂ ਇੱਕ ਐਸੇ ਅਲੰਬਰਦਾਰ ਨੂੰ ਤੁਸੀਂ ਮਾਣ ਦੇਣਾ ਹੈਗਾ, ਤੇ ਕਮ ਸੇ ਕਮ ਤੁਸੀਂ ਉਹਦੀ ਸੋਚ ਨੂੰ ਤੇ ਜਿਤਾਓ। ਪਰ ਚਲੋ ਅਸੀਂ ਉਹ ਡਿਫਰੈਂਟ ਵਿਸ਼ਾ ਹੈਗਾ। ਤੁਸੀਂ ਹੁਣੇ ਗੱਲ ਕੀਤੀ ਕਿ ਲਾਸ਼ਾਂ ਹਾਈਲਾਈਟ ਕੀਤੀਆਂ, ਠੀਕ ਹੈ ਜੀ, ਇੱਕ ਬੜਾ ਯੂਨੀਕ ਜਿਹਾ ਤਰੀਕਾ। ਹਾਲਾਂਕਿ ਸਾਰਾ ਕੁਝ ਉਹਨਾਂ ਨੇ ਇੱਕ ਠੰਡੇ ਬਸਤੇ 'ਚ ਪਾ ਕੇ ਢੱਕ ਦਿੱਤਾ ਸੀ, ਲੇਕਿਨ ਬੜਾ ਯੂਨੀਕ ਜਿਹਾ ਉਹਨਾਂ ਨੇ ਇੱਕ ਮੋਡਸ ਆਪਰੈਂਡੀ ਸੀ ਉਹਨਾਂ ਦੀ, ਤਰੀਕਾ ਸੀ ਕਿ ਜਦੋਂ ਵੀ ਕੋਈ ਲਾਸ਼ ਲਿਆਂਦੀ ਜਾਂਦੀ ਸੀ ਕਿਸੇ ਸ਼ਮਸ਼ਾਨ ਘਾਟ ਦੇ ਵਿੱਚ, ਮੈਂ ਗੱਲ ਕਰਦਾ ਜੀ ਸਿਰਫ 3 ਮਾਝੇ ਦੀਆਂ 3, ਪੱਟੀ, ਅੰਮ੍ਰਿਤਸਰ ਤੇ ਤਰਨਤਾਰਨ, 3 ਜਿਹੜੇ ਸੀ। ਤੇ ਉਹ ਜਦੋਂ ਇੱਕ ਜਿਹੜਾ ਕਾਰਪੋਰੇਸ਼ਨ ਦਾ ਬੰਦਾ ਜਿਹੜਾ ਡਿਪਲੋਏ ਕੀਤਾ ਜਾਂਦਾ ਸੀ ਉੱਥੇ, ਉਹ ਬਾਲਣ ਦਿੰਦਾ ਹੁੰਦਾ ਸੀ, ਇਸ਼ੂ ਕਰਦਾ ਸੀ ਕਿ ਇੰਨਾ ਬਾਲਣ ਇਸ਼ੂ ਕੀਤਾ, ਲੇਕਿਨ ਉਹਦੇ ਵਿੱਚ ਐਂਟਰੀ ਹੁੰਦੀ ਸੀ, ਉਹਨੇ ਖਰਚਾ ਪਾਉਣਾ ਕਿਹਦਾ। ਉਹਨੇ ਫਿਰ ਦੱਸਿਆ ਜੀ ਕਿਹੜਾ ਪੁਲਿਸ ਦਾ ਬੰਦਾ ਲੈ ਕੇ ਆਇਆ, ਕਿੰਨੇ ਕੀਤਾ, ਕਿੱਥੋਂ ਲਿਆਂਦਾ, ਕੀ ਇਹ ਨਾਂ ਨੂੰ ਕਰਕੇ ਉੱਥੋਂ ਉਹਨਾਂ ਨੇ ਹਾਈਲਾਈਟ ਕੀਤਾ। ਲੇਕਿਨ ਦੇਖੋ ਉਹ ਹੈ ਕਿ ਸਟੇਟ ਜਦੋਂ ਇਸ ਤਰ੍ਹਾਂ ਦੀ ਕੋਈ ਸੱਚ ਤੋਂ ਪਰਦਾ ਚੱਕਣ ਲੱਗਦਾ ਬੰਦਾ, ਉਹਨੂੰ ਹਜ਼ਮ ਨਹੀਂ ਹੁੰਦਾ ਹੈਗਾ। ਇਹ ਗੱਲ ਬਿਲਕੁਲ ਠੀਕ ਹੈ ਜੀ। ਇਹ ਆਪਾਂ ਜੈਨੋਸਾਈਡ ਦੀ ਦਾ ਇਹ ਪੱਖ ਜਿਹੜਾ ਤੁਸੀਂ ਵਧੀਆ ਤਰੀਕੇ ਨਾਲ ਹਾਈਲਾਈਟ ਕਰ ਦਿੱਤਾ ਕਿ ਜਿਨ੍ਹਾਂ ਨੇ ਇਹ ਜੈਨੋਸਾਈਡ ਕਰਨਾ, ਉਹਨਾਂ ਨੇ ਹਰ ਹੀਲਾ ਵਸੀਲਾ ਅਖਤਿਆਰ ਕਰਨਾ, ਉਹ ਤਾਂ ਚਾਹੁੰਦੇ ਹੀ ਹੈ। ਹੁਣ ਸਵਾਲ ਪੈਦਾ ਹੁੰਦਾ ਕਿ ਰਿਸਪੌਂਸੀਬਿਲਿਟੀ ਕੀ ਹੈਗੀ ਜਿਨ੍ਹਾਂ ਦਾ ਜੈਨੋਸਾਈਡ ਹੁੰਦਾ ਪਿਆ, ਜਿਨ੍ਹਾਂ ਦਾ ਕਤਲੇਆਮ ਹੋਇਆ। ਜਿਊਸ਼ ਬਾਰੇ ਤੁਸੀਂ ਗੱਲ ਕਰਤੀ, ਹੁਣ ਆਪਾਂ ਸੈਕੰਡ ਪੁਆਇੰਟ ਸੀ ਵੀ ਸਿੱਖਾਂ ਦੀ ਗੱਲ, ਠੀਕ ਹੈ ਜੀ। ਸਿੱਖਾਂ ਦਾ ਜੈਨੋਸਾਈਡ ਹੋਇਆ ਤੇ ਉਹਦੇ ਵਿੱਚ ਇੱਕ ਵਿਅਕਤੀ ਨੇ, ਜਸਵੰਤ ਸਿੰਘ ਖਾਲੜਾ ਤੁਸੀਂ ਨਾਂ ਲਿਆ, ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਮੈਂ ਇਹ ਸਾਰੇ ਕੁਝ ਨੂੰ ਬੇਪਰਦ ਕਰਦਾ, ਲੋਕਾਂ ਦੇ ਸਾਹਮਣੇ ਲੈ ਕੇ ਆਵਾਂ, ਠੀਕ ਹੈ ਜੀ। ਉਹ ਬੰਦੇ ਨੇ ਆਪਦੀ ਕੁਰਬਾਨੀ ਦੇ ਦਿੱਤੀ, ਠੀਕ ਹੈ ਜੀ। ਕੁਰਬਾਨੀ ਦੇਣ ਨਾਲ ਉਹ ਚੈਪਟਰ ਵੀ ਨਾਲ ਹੀ ਅਸੀਂ ਲੋਕਾਂ ਨੇ ਕਲੋਜ਼ ਕਰਤਾ। ਆਪਣੇ ਆਪ ਨਹੀਂ ਹੋਇਆ, ਅਸੀਂ ਧੱਕੇ ਨਾਲ ਕਲੋਜ਼ ਕਰਤਾ ਕਿ ਨਹੀਂ। ਉਹ ਸੰਤ ਰਾਮ ਉਦਾਸੀ ਦਾ ਇੱਕ ਗੀਤ ਹੁੰਦਾ ਸੀ ਜੀ, ਉਹ ਕਹਿੰਦੇ ਸੀਗੇ ਮੇਰੀ ਸੋਚ ਤੇ ਮੇਰੀ ਮੌਤ ਤੇ ਨਾ ਰੋਈਓ, ਮੇਰੀ ਸੋਚ ਨੂੰ ਬਚਾਇਓ, ਮੇਰੀ ਸੋਚ ਨੂੰ ਬਚਾਇਓ। ਮੇਰੇ ਮਰਨੇ ਤੇ ਰੋਣ ਦੀ ਲੋੜ ਨਹੀਂ ਹੈ, ਚੀਕਾਂ ਮਾਰਨ ਦੀ ਲੋੜ ਨਹੀਂ ਹੈ। ਇਹ ਵੇਖਿਓ ਕਿ ਮੇਰੀ ਵਿਚਾਰਧਾਰਾ ਕੀ ਹੈ, ਮੇਰੀ ਸੋਚ ਕੀ ਹੈ। ਜਸਵੰਤ ਸਿੰਘ ਖਾਲੜਾ ਦੀ ਸੋਚ ਕੀ ਹੈ, ਕਦੀ ਕਿਸੇ ਨੇ ਇਹ ਜ਼ਿਕਰ ਹੀ ਨਹੀਂ ਕੀਤਾ, ਠੀਕ ਹੈ ਜੀ। ਜੇ ਅੰਮ੍ਰਿਤਸਰ ਸਿੱਖ ਅਜਾਇਬ ਘਰ ਵਿੱਚ ਤਸਵੀਰ ਲਾ ਵੀ ਦਿੱਤੀ ਹੈ ਤੇ ਉਹਦੇ ਨਾਲ ਕੀ ਫਰਕ ਪੈਂਦਾ? ਕੀ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਆਪਣੇ ਆਪ ਨੂੰ ਸਿੱਖ ਕਮਿਊਨਿਟੀ ਦੇ ਆਗੂ ਕਹਾਉਂਦੇ ਆ, ਜਾਂ ਜਿਨ੍ਹਾਂ ਦੇ ਜ਼ਿੰਮੇ ਆ ਇਹ ਗੱਲ ਕਿ ਉਹਨਾਂ ਨੇ ਲੋਕਾਂ ਤੱਕ ਇਹ ਗੱਲ ਲੈ ਕੇ ਜਾਣੀ ਆ, ਇਤਿਹਾਸ ਦੀ ਸਿਰਜਣਾ ਕਰਨ ਵਾਲਿਆਂ ਤੱਕ ਲੈ ਕੇ ਜਾਣੀ ਆ, ਆਮ ਲੋਕਾਂ ਤੱਕ ਲੈ ਕੇ ਜਾਣੀ ਆ, ਕਦੀ ਗੱਲ ਨਹੀਂ ਹੋਈ, ਜ਼ਿਕਰ ਨਹੀਂ ਹੋਇਆ ਕਦੀ। ਜ਼ਿਕਰ ਦੇਖੋ ਇਸ ਤਰ੍ਹਾਂ ਹੈ ਕਿ ਜਿਹੜਾ ਵੀ ਇੱਕ ਸਿਸਟਮ ਹੁੰਦਾ ਨਾ ਹਰ ਇੱਕ ਕਮਿਊਨਿਟੀ ਦਾ, ਉਹਦੇ 2 ਤਰੀਕੇ ਕੰਮ ਕਰਨੇ ਹੁੰਦੇ ਆ ਜੀ। ਜਾਂ ਤਾਂ ਕਿਸੇ ਦੇ ਅਧੀਨ ਰਹਿ ਕੇ ਕੰਮ ਕਰਦਾ, ਜਾਂ ਉਹ ਇੰਡੀਪੈਂਡੈਂਟ ਰਹਿ ਕੇ ਕੰਮ ਕਰਦਾ। ਜਿਹੜੇ ਲੋਕਾਂ ਨੇ ਇਸ ਚੀਜ਼ ਨੂੰ ਹਾਈਲਾਈਟ ਕਰਨਾ ਸੀ, ਉਹ ਇੰਡੀਪੈਂਡੈਂਟ ਕੰਮ ਕਰਨ ਦੇ ਕੈਪੇਬਲ ਨਹੀਂ ਰਹੇ ਹੈਗੇ। ਨਹੀਂ, ਇੱਕ ਚਲੋ ਪਾਰਟੀ ਦੀ ਗੱਲ ਨਹੀਂ, ਮੈਂ ਜਨਰਲ ਗੱਲ ਕਰਦਾ ਜੀ। ਲੇਕਿਨ ਉਸ ਪਾਰਟੀ ਦਾ ਉਹਦੇ ਤੇ ਨਹੀਂ, ਉਸ ਪਾਰਟੀ ਦਾ ਧਰਮ ਤੇ ਵੀ ਗਲਬਾ, ਸਿਆਸਤ ਤੇ ਵੀ ਗਲਬਾ, ਠੀਕ ਹੈ ਜੀ, ਇੱਕ ਉਹ ਵੱਖਰੀ ਗੱਲ। ਪਰ ਸਾਰੇ ਲੋਕ ਤਾਂ ਉਸੇ ਧਰਮ ਨੂੰ ਨਹੀਂ ਮੰਨਦੇ, ਸਾਰੇ ਲੋਕ ਉਸ ਪਾਰਟੀ ਨੂੰ ਨਹੀਂ ਮੰਨਦੇ। ਮੈਂ ਤੁਹਾਨੂੰ ਦੱਸਦਾ ਕਿ ਅੱਜ ਹੀ ਮੈਂ ਇੱਕ ਸੋਸ਼ਲ ਮੀਡੀਆ 'ਤੇ ਚੀਜ਼ ਪੜ੍ਹਿਆ ਸੀ ਕਿ ਇੱਕ ਜੈਂਟਲਮੈਨ ਕਹਿ ਰਹੇ ਸੀ, ਹੁਣ ਮੈਂ ਤੁਹਾਨੂੰ ਜੈਨੋਸਾਈਡ ਦੇ ਨਾਲ ਰਿਲੇਟ ਕਰਕੇ ਇੱਕ ਐਗਜ਼ਾਮਪਲ ਦੇਣੀ ਚਾਹੁੰਦਾ, ਇੱਕ ਕੰਟੈਂਪਰੇਰੀ ਜਿਹੜੀ ਸਮਕਾਲੀਨ ਐਗਜ਼ਾਮਪਲ ਹੈ ਕਿ ਕਿਸਾਨਾਂ ਦਾ ਮੋਰਚਾ ਚੱਲ ਰਿਹਾ। ਤੁਸੀਂ ਕਾਫੀ ਪ੍ਰੋਗਰਾਮ ਕਰਦੇ ਹੋ, ਬਹੁਤ ਮਿਹਨਤ ਕਰ ਰਹੇ ਹੋ ਤੁਸੀਂ, ਹੈ ਨਾ ਜੀ। ਇੰਡੀਆ ਤੋਂ ਕੋਈ ਨਾ ਕੋਈ ਤੁਹਾਡਾ ਬੁਲਾਰਾ ਲਾਈਨ 'ਤੇ ਹੁੰਦਾ, ਕੋਸ਼ਿਸ਼ ਸਾਡੀ ਇਹੀ ਰਹਿੰਦੀ ਜੀ। ਅੱਜ ਇੱਕ ਸ਼ੁਭ ਚਿੰਤਕ ਜਿਹੜੇ ਸੀ ਕਹਿ ਰਹੇ ਸੀ ਕਿ ਸਾਡੀ ਅਨਫੋਰਚੂਨੇਟਲੀ ਅਪਰੋਚ ਇਹ ਹੈ ਕਿ ਅਸੀਂ ਬਾਕੀ ਕਮਿਊਨਿਟੀਜ਼ ਨੂੰ ਇਹ ਹਾਲੇ ਤੱਕ ਦੱਸ ਹੀ ਨਹੀਂ ਸਕੇ ਕਿ ਇਹ ਜਿਹੜੀ ਹੈ, ਇਹ ਮੂਵਮੈਂਟ ਜਿਹੜੀ ਹੈ ਕਿਸਾਨਾਂ ਵਾਸਤੇ ਹੀ ਬੈਨੀਫੀਸ਼ੀਅਲ ਨਹੀਂ ਹੈ, ਜਾਂ ਜਿਹੜੇ ਕਾਨੂੰਨ ਨੇ ਕਿਸਾਨਾਂ ਵਾਸਤੇ ਹੀ ਨੁਕਸਾਨਦੇਹ ਨਹੀਂ ਹੈ, ਬਾਕੀ ਕਮਿਊਨਿਟੀ ਇਸ ਨੂੰ ਵੀ ਦਾ ਵੀ ਬੱਠਾ ਬਹਿ ਜਾਣਾ ਹੈਗਾ ਆਉਣ ਵਾਲੇ ਟਾਈਮ 'ਤੇ। ਕਹਿੰਦੇ ਅਸੀਂ ਦੱਸ ਨਹੀਂ ਸਕੇ ਹਾਲੇ ਤੱਕ, ਠੀਕ ਹੈ ਜੀ। ਦੱਸ ਕਿਉਂ ਨਹੀਂ ਸਕੇ ਕਿ
ਜਦੋਂ ਵੀ ਕੋਈ ਆਪਾਂ ਚੀਜ਼ ਸਟਾਰਟ ਕਰਦੇ ਹਾਂ ਤੇ ਉਹਦੇ 'ਚ ਸਾਡੀ ਇਹ ਹੁੰਦੀ ਹੈ ਕਿ ਅਸੀਂ ਕਰ ਦਈਏ ਜੀ, ਇਕੱਠੇ ਹੋ ਕੇ ਆਪਾਂ ਇਹਨੂੰ ਸਟਾਰਟ ਕਰ ਦਈਏ। ਲੇਕਿਨ ਇੱਕ ਜਿਹੜੀ ਚੀਜ਼ ਹੈ, ਚਲੋ ਵਧੀਆ ਗੱਲ ਹੈ ਕਿ ਉਹ ਵੰਡੇ ਗਏ ਆ ਤੇ ਹਰ ਇੱਕ ਨੂੰ ਦੱਸ ਰਹੇ ਆ, ਸੋਸ਼ਲ ਮੀਡੀਆ, ਟਵਿੱਟਰ ਹੈਗਾ ਜਾਂ ਇੰਸਟਾਗ੍ਰਾਮ ਹੈ, ਸਾਰੀ ਜਗ੍ਹਾ ਤੇ ਦੱਸ ਰਹੇ ਆ। ਬਟ ਮੇਰੇ ਖਿਆਲ 'ਚ ਥੋੜ੍ਹੀ ਜਿਹੀ ਘਾਟ ਇਸ ਕਰਕੇ ਰਹਿ ਗਈ ਹੈ ਕਿ ਅਸੀਂ ਦੱਸ ਨਹੀਂ ਸਕੇ ਕਿ ਵਪਾਰੀਆਂ 'ਤੇ ਕੀ ਇਫੈਕਟ ਪਏਗਾ, ਨੌਕਰੀ ਦੇ ਜਿਹੜੇ ਪੇਸ਼ੇਦਾਰ ਨੇ ਉਹਨਾਂ 'ਤੇ ਕੀ ਇਫੈਕਟ ਪਏਗਾ, ਜਿਹੜੇ ਮਿਡਲਮੈਨ ਨੇ, ਛੋਟੇ ਮਿਡਲਮੈਨ ਜਿਨ੍ਹਾਂ ਦਾ ਸੀ, ਉਹਨਾਂ 'ਤੇ ਕੀ ਇਹਦਾ ਬੈਡ ਇਫੈਕਟ ਪਏਗਾ। ਠੀਕ ਹੈ ਜੀ, ਮੈਂ ਉਹਦੇ ਨਾਲ ਤੁਹਾਨੂੰ ਨਾਲ ਰਿਲੇਟ ਕਰਕੇ ਦੱਸ ਰਿਹਾ ਜਿਹੜੀ ਚੀਜ਼ ਤੁਸੀਂ ਪੁਆਇੰਟ ਆਊਟ ਕੀਤੀ ਹੈ। ਸੋ ਇਹ ਹੈ, ਹੁਣ ਤੁਸੀਂ ਉਹ ਕੀਤੀ ਸੀ ਗੱਲ ਜਸਵੰਤ ਸਿੰਘ ਖਾਲੜਾ ਜੀ ਦੀ, ਠੀਕ ਹੈ ਜੀ। ਹੁਣ ਉਹਨਾਂ ਦੀ ਸੋਚ ਜਿਹੜੀ ਹੈ, ਉਹਨਾਂ ਦਾ ਜਿਹੜਾ ਸਿਧਾਂਤ ਸੀ, ਉਹਨਾਂ ਦੀ ਜਿਹੜੀ ਇੱਕ ਕੌਨਸੈਪਟ ਸੀ ਉਹਨਾਂ ਦਾ, ਉਹ ਅਸੀਂ ਨਹੀਂ ਕਰ ਸਕੇ। ਮੈਂ ਇਹ ਚੀਜ਼ ਨੂੰ ਮੰਨਦਾ ਹੈਗਾ, ਠੀਕ ਹੈ ਜੀ। ਲੇਕਿਨ ਜਿੱਥੋਂ ਤੱਕ ਵੀ ਜਿਹੜਾ ਵੀ ਬੰਦਾ ਇਹਨੂੰ ਕਰ ਸਕਦਾ ਸੀ ਉਹਨੇ ਕੀਤਾ। ਹੁਣ ਦੇਖੋ ਆਪਣਾ ਸਿਟੀ ਦੇ ਵਿੱਚ ਜਿਹੜਾ ਮੋਨੂਮੈਂਟ ਬਣਿਆ ਹੋਇਆ ਇੱਥੇ, ਜਿਹਨੂੰ ਕਹਿੰਦੇ ਹਿਊਮਨ ਰਾਈਟਸ ਦਾ, ਉਹਦੇ 'ਚ ਇੱਕ ਪ੍ਰੋਪਰ ਪੂਰਾ ਚੈਪਟਰ ਹੈਗਾ ਉਹਦਾ, ਠੀਕ ਹੈ ਜੀ। ਲੇਕਿਨ ਇੰਨਾ ਇਨਫ ਨਹੀਂ ਹੈਗਾ। ਸਾਨੂੰ ਇਹਦਾ ਮੈਸੇਜ ਜਿਹੜਾ ਇੱਕ ਘਰ 'ਚ ਪਹੁੰਚਾਉਣ ਦੀ ਲੋੜ ਹੈ। ਜੋ ਵੀ ਚੀਜ਼ ਉਹਦੇ ਨਾਲ ਹੋਈ ਹੈ, ਜਿਨ੍ਹਾਂ ਨੇ ਉਹਨੂੰ ਖਤਮ ਕੀਤਾ ਹੈ, ਕਿਸ ਕਰਕੇ ਖਤਮ ਕੀਤਾ ਹੈ, ਠੀਕ ਹੈ ਜੀ। ਉਹਦਾ ਨਾਂ ਜਸਵੰਤ ਸਿੰਘ ਖਾਲੜਾ ਦਾ ਨਾਂ ਇਸ ਕਰਕੇ ਆਇਆ ਸਾਡੀ ਅੱਜ ਦੀ ਕਨਵਰਸੇਸ਼ਨ ਦੇ ਵਿੱਚ ਕਿ ਉਸ ਬੰਦੇ ਨੇ ਜੈਨੋਸਾਈਡ ਦੇ ਖਿਲਾਫ ਆਵਾਜ਼ ਬੁਲੰਦ ਕੀਤੀ। ਹਾਂਜੀ, ਉਹਨੂੰ ਲਿਮਿਟੇਡ ਕਰਤਾ ਗਿਆ। ਹਾਂਜੀ, ਬਦਕਿਸਮਤੀ ਇਹ ਕਿ ਉਹਦਾ ਨਾਂ ਲੈਣਾ ਅਸੀਂ ਛੱਡ ਦਿੱਤਾ। ਨਾਂ ਪਤਾ ਕੀ, ਇੱਕ ਮਿੰਟ ਜੇ ਤੁਸੀਂ ਟਾਈਮ ਦਿਓ, ਨਾਂ ਜਦੋਂ ਅਸੀਂ ਕਿਸੇ ਦਾ ਲੈਂਦੇ ਹਾਂ ਨਾ, ਤੇ ਸਾਡੇ 'ਤੇ ਕਈ ਵਾਰੀ ਲੇਬਲ ਆਤਾ ਜਾਂਦਾ ਜੀ ਇਹ ਟੈਰਰਿਜ਼ਮ ਨੂੰ ਪ੍ਰਮੋਟ ਕਰ ਰਹੇ ਹੈ। ਨਹੀਂ ਦੇਖੋ, ਮੈਂ ਜਿਹੜੀ ਤੁਸੀਂ ਪਹਿਲੇ ਬੰਦੇ ਦੀ ਰੈਫਰੈਂਸ ਦੇ ਰਹੇ ਸੀ ਨਾ, ਮੈਂ ਉਹਦੇ ਨਾਲ ਸਹਿਮਤ ਨਹੀਂ ਹਾਂ। ਅੱਜ ਦੇਖੋ, ਸਰਕਾਰ ਨੇ ਕੋਸ਼ਿਸ਼ ਕੀਤੀ ਉਸ ਮੂਵਮੈਂਟ ਨੂੰ ਖਾਲਿਸਤਾਨੀਆਂ ਨਾਲ ਜੋੜਨ ਦੀ, ਸਰਕਾਰ ਨੇ ਕੋਸ਼ਿਸ਼ ਕੀਤੀ ਉਸ ਮੂਵਮੈਂਟ ਨੂੰ ਨਕਸਲਵਾੜੀਆਂ ਨਾਲ ਜੋੜਨ ਦੀ। ਜਿੰਨੇ ਵਧੀਆ ਤਰੀਕੇ ਦੇ ਨਾਲ, ਵੈਲ ਡਿਸਪਲਿਨਡ ਵੇ ਨਾਲ ਕਿਸਾਨਾਂ ਨੇ ਮੂਵਮੈਂਟ ਉਹ ਚਲਾਈ ਹੈ ਨਾ ਜੀ, ਉਹਨਾਂ ਸਾਬਤ ਕਰਤਾ ਕਿ ਇਹਨਾਂ 'ਚ ਕੋਈ ਖਾਲਿਸਤਾਨੀ ਨਹੀਂ, ਇਹਨਾਂ 'ਚ ਕੋਈ ਨਕਸਲਵਾੜੀ ਨਹੀਂ, ਇਹ ਨਿਰੋਲ ਕਿਸਾਨ ਆ, ਇਹ ਨਿਰੋਲ ਮਜ਼ਦੂਰ ਆ। ਤੇ ਇਹਨਾਂ ਦੀ ਸਪੋਰਟ ਦੇ ਉੱਤੇ ਛੋਟਾ ਵਪਾਰੀ, ਛੋਟਾ ਦੁਕਾਨਦਾਰ, ਮੁਲਾਜ਼ਮ, ਸਟੂਡੈਂਟ, ਵਕੀਲ, ਬੁੱਧੀਜੀਵੀ, ਲੇਖਕ ਸਾਰੇ ਆਏ ਔਰ ਆਏ ਵੀ, ਠੀਕ ਹੈ ਜੀ। ਇਹ ਹੁੰਦਾ ਜੀ, ਤੁਸੀਂ ਆਪਣੀ ਗੱਲ ਨੂੰ ਪੇਸ਼ਕਾਰੀ ਕਿਵੇਂ ਕਰਦੇ। ਅੱਜ ਦੀ ਡੇਟ ਵਿੱਚ ਉੱਥੇ ਇੰਨੇ ਵੈਲ ਡਿਸਪਲਿਨਡ ਵੇ ਨਾਲ ਮੂਵਮੈਂਟ ਚੱਲਦੀ ਪਈ ਹੈ। ਸਰਕਾਰਾਂ ਦੀ ਤਾਂ ਕੋਸ਼ਿਸ਼ ਹੁੰਦੀ ਹੈ ਧਲਕਾਉਣ ਦੀ, ਹਾਂ, ਕੁਛ ਬੰਦਿਆਂ ਨੂੰ ਖਰੀਦਣ ਦੀ ਕੋਸ਼ਿਸ਼ ਵੀ ਹੁੰਦੀ ਹੈ। ਹੁਣ ਕੁਛ ਬੰਦੇ ਉੱਥੇ ਜਾ ਕੇ ਇੱਦਾਂ ਦੇ ਨਾਅਰੇ ਮਾਰਦੇ ਕਿ ਅਸੀਂ ਤਾਂ ਜੀ ਉਹ ਫਲਾਣਾ ਠੋਕਤਾ ਸੀਗਾ, ਇਹ ਸਾਡੇ ਸਾਹਮਣੇ ਕੀ ਚੀਜ਼ ਹੈ, ਅਸੀਂ ਇੱਦਾਂ ਕਰਤਾ ਸੀ, ਆਹ ਕੀ ਚੀਜ਼ ਹੈ। ਉਹ ਲੋਕਾਂ ਨੇ ਮੂਵਮੈਂਟ ਨੂੰ ਧਲਕਾਉਣ ਦੀ ਕੋਸ਼ਿਸ਼ ਕਰਨੀ ਹੁੰਦੀ ਹੈ, ਠੀਕ ਹੈ ਜੀ। ਹੁਣ ਜਸਵੰਤ ਸਿੰਘ ਖਾਲੜਾ ਦੀ ਆਪਾਂ ਗੱਲ ਕਰਾਂ, ਜਸਵੰਤ ਸਿੰਘ ਖਾਲੜਾ ਨੇ ਮਿਹਨਤ ਕੀਤੀ, ਇੰਨੀ ਜ਼ਿਆਦਾ ਮਿਹਨਤ ਕੀਤੀ ਜਿਹੜਾ ਕੋਈ ਸ਼ਾਇਦ ਉਸ ਤੋਂ ਬਾਅਦ ਕਿਸੇ ਹੋਰ ਨੇ ਕੀਤੀ ਨਾ, ਉਦੋਂ ਕਿਸੇ ਨੇ ਪਹਿਲਾਂ ਕੀਤੀ। ਹਾਂ, ਇੱਕ 1967 ਤੋਂ ਬਾਅਦ ਜਦੋਂ ਪੰਜਾਬ ਦੇ ਵਿੱਚ ਨਕਸਲਵਾੜੀ ਮੂਵਮੈਂਟ ਬਹੁਤ ਤੇਜ਼ੀ ਨਾਲ ਚੱਲੀ, ਉਸ ਤੋਂ ਬਾਅਦ ਇੱਕ ਤਾਰਕੁੰਡੇ ਕਮਿਸ਼ਨ ਬਣਿਆ ਸੀਗਾ। ਤਾਰਕੁੰਡੇ VM ਤਾਰਕੁੰਡੇ ਜਸਟਿਸ ਸੀ, ਜਸਟਿਸ ਤਾਰਕੁੰਡੇ ਨੇ ਪੂਰੀ ਖੋਜ ਕਰਕੇ ਇਹ ਗੱਲ ਲੋਕਾਂ ਦੇ ਸਾਹਮਣੇ ਲਿਆਂਦੀ ਕਿ ਕਿੱਦਾਂ ਪਿੰਡਾਂ ਦੇ ਵਿੱਚੋਂ ਨੌਜਵਾਨਾਂ ਨੂੰ ਚੁੱਕਿਆ ਗਿਆ ਬਾਦਲ ਸਰਕਾਰ ਵੇਲੇ, ਕਿੱਦਾਂ ਉਹਨਾਂ ਨੂੰ ਚੁੱਕਿਆ ਗਿਆ, ਕਿੱਦਾਂ ਉਹਨਾਂ ਤੇ ਤਸ਼ੱਦਦ ਕੀਤੇ ਗਏ, ਕਿੱਦਾਂ ਉਹਨਾਂ ਦੇ ਮਾਪਿਆਂ ਤੇ ਤਸ਼ੱਦਦ ਕੀਤੇ ਗਏ। ਉਹਨਾਂ ਦਾ ਕਸੂਰ ਕੀ ਸੀ? ਸਿਰਫ ਉਹ ਇਹ ਕਹਿੰਦੇ ਸੀ ਉਦੋਂ ਵੀ ਕਿਸਾਨਾਂ ਦੀ ਗੱਲ ਸੀ, ਉਦੋਂ ਵੀ ਮਜ਼ਦੂਰਾਂ ਦੀ ਗੱਲ ਸੀ। ਹਾਂ, ਉਦੋਂ ਇੰਨੀ ਸੰਗਠਿਤ ਵੇ ਨਾਲ ਨਹੀਂ ਸੀ ਹੋਈ ਤੇ ਉਹਨਾਂ ਤੇ ਤਸ਼ੱਦਦ ਹੋਇਆ। ਅੱਜ ਦੇਖੋ ਸਰਕਾਰ ਜੁਰਤ ਵੀ ਨਹੀਂ ਕਰ ਸਕਦੀ। ਨਹੀਂ, ਹਾਂਜੀ, ਬਿਲਕੁਲ ਠੀਕ ਹੈ। ਹੁਣ ਸਰਕਾਰ ਨੇ ਕੋਸ਼ਿਸ਼ ਕੀਤੀ ਪਹਿਲੇ ਦਿਨੋਂ ਹੀ ਇਹ ਕਿਹਾ ਜਾਵੇ ਕਿ ਇਹ ਤਾਂ ਖਾਲਿਸਤਾਨੀ ਸਾਰੇ, ਪਾਕਿਸਤਾਨੀ ਸਪੋਰਟ ਹੈ, ISI ਸਪੋਰਟ ਹੈ, ਸਾਰਾ ਠੀਕ ਹੈ। ਉਹਨਾਂ ਦੀ ਕੋਸ਼ਿਸ਼ ਹੈ, ਉਹਨਾਂ ਦੀ ਕੋਸ਼ਿਸ਼ ਹੈ। ਗੱਲ ਤਾਂ ਇਹ ਹੈ ਕਿ ਉਸ ਮੂਵਮੈਂਟ ਨੂੰ ਚਲਾਉਣ ਵਾਲੇ ਕਿੰਨੇ ਕੁ ਅਵੇਅਰ ਤੇ ਕਿੰਨੇ ਕੁ ਲੋਕਾਂ ਨੂੰ ਅਵੇਅਰ ਕਰ ਜਾਂਦੇ। ਅੱਜ ਮੈਂ ਸਮਝਦਾ ਉਸ ਮੂਵਮੈਂਟ ਵਿੱਚ ਜਿਹੜੇ ਕੰਮ ਕਰਨ ਵਾਲੇ ਲੋਕ, ਆਗੂ ਰੋਲ ਕੰਮ, ਆਗੂਆਂ ਦਾ ਵੀ ਜ਼ਿੰਮੇਵਾਰੀ ਵੱਧ ਹੁੰਦੀ ਆ ਥੋੜ੍ਹੀ, ਜਿਹੜੀ ਉਦੋਂ ਪਿੱਛੇ ਸੈਕੰਡ ਟੀਮ ਆ, ਥਰਡ ਟੀਮ ਹੈ, ਉਹਨਾਂ ਦੀ ਥੋੜ੍ਹੀ ਜਿਹੀ ਘੱਟ ਹੁੰਦੀ ਹੈ। ਤੇ ਲੋਕਾਂ ਨੂੰ ਨਾਲ ਜੋੜਨ ਦਾ ਬੜਾ ਵੱਡਾ ਜਿਹੜਾ ਇੱਕ ਪ੍ਰੋਜੈਕਟ ਹੁੰਦਾ, ਉਸ ਪ੍ਰੋਜੈਕਟ 'ਚ ਉਹ ਕਾਮਯਾਬ ਹੈ। ਨਹੀਂ ਤੇ ਜੇ ਇਹ ਕਾਮਯਾਬੀ ਨਾ ਹੁੰਦੀ, ਉਹਦਾ ਮੂਵਮੈਂਟ ਦਾ ਮੂੰਹ ਹਾਦਰਾ ਇਸ ਤਰੀਕੇ ਦਾ ਨਾ ਆਉਂਦਾ, ਵੈਲ ਡਿਸਪਲਿਨ ਨਾ ਹੁੰਦੀ, ਤੇ ਖਾਲਿਸਤਾਨ ਦੇ ਨਾਂ ਤੇ ਤਾਂ ਕ੍ਰਸ਼ ਕਰਦੇ ਨਹੀਂ ਸੀ ਉਹਨਾਂ ਨੇ। ਮੈਂ ਤੁਹਾਡੇ ਨਾਲ 100% ਐਗਰੀ ਹਾਂ, ਲੇਕਿਨ ਮੈਂ ਆਪਣਾ ਜਿਹੜਾ
ਨੈਰੇਟਿਵ ਹੈ ਆਪਣਾ ਜਿਹੜਾ ਨੋਸ਼ਨ ਹੈ, ਮੈਂ ਥੋੜਾ ਜਿਹਾ ਕਲੈਰੀਫਾਈ ਕਰਨਾ ਚਾਹੁੰਦਾ। ਮੈਂ ਇਹ ਨਹੀਂ ਕਹਿ ਰਿਹਾ ਕਿ ਉਹ ਪ੍ਰੋਪਰਲੀ ਆਰਗੇਨਾਈਜ਼ ਨਹੀਂ ਕਰ ਰਹੇ, ਬਹੁਤ ਸੋਹਣਾ ਕਰ ਰਹੇ ਨਹੀਂ। ਮੈਂ ਉਸ ਬੰਦੇ ਦੀ ਜਿਹੜਾ ਤੁਸੀਂ ਰੈਫਰੈਂਸ ਦੇ ਰਹੇ ਸੀ, ਮੈਂ ਉਹਦਾ ਜਵਾਬ ਉਹਨੂੰ ਦਿੰਦਾ ਪਿਆ। ਅਸੀਂ ਤਾਂ ਸਾਨੂੰ ਬਹੁਤ ਵਧੀਆ, ਹਾਂਜੀ ਸਾਨੂੰ ਤਾਂ ਪਤਾ ਹੀ ਹੈ, ਠੀਕ ਹੈ ਜੀ। ਔਰ ਮੈਂ ਇਹ ਸਮਝਦਾ ਕਿ ਸਾਡੀ ਹੋਸਟ 'ਚ ਜਿਹੜਾ ਸਭ ਤੋਂ ਵੈਲ ਡਿਸਿਪਲਿਨਡ ਔਰ ਸਭ ਤੋਂ ਆਰਗੇਨਾਈਜ਼ ਜਿਹੜੀ ਇੱਕ ਜਥੇਬੰਦ ਮੂਵਮੈਂਟ ਹੈ, ਮੈਂ ਇਸ ਤੋਂ ਪਹਿਲਾਂ ਨਹੀਂ ਕਦੀ ਵੇਖੀ। ਮੈਂ ਹੋ ਸਕਦਾ ਕਿ ਸੋਸ਼ਲ ਮੀਡੀਆ ਕਰਕੇ ਜਾਂ ਜਿਹੜੇ ਹੋਰ ਮੀਡੀਆ ਦੇ ਮੀਨਸ ਹੈਗੇ ਨੇ ਉਹਦੇ ਕਰਕੇ ਅਵੇਅਰਨੈਸ ਤੇ ਜਿਹੜਾ ਕਮਿਊਨੀਕੇਸ਼ਨ ਹੈ ਬੈਟਰ ਅੱਗੇ ਨਾਲੋਂ ਫਾਸਟ ਹੈ, ਪਤਾ ਲੱਗ ਜਾਂਦਾ, ਐਕੂਰੇਟ ਵੀ ਹੈਗਾ। ਚਲੋ ਅਫਵਾਹਾਂ ਵੀ ਹੁੰਦੀਆਂ। ਹਾਂਜੀ, ਮੈਂ ਇੱਕ ਚੀਜ਼ ਕਹਿਣਾ ਹੈਗਾ ਕਿ ਜਿਹੜੀ ਸਟੇਟ ਹੈ ਨਾ, ਸਟੇਟ ਹਮੇਸ਼ਾ ਜਿਹੜੀ ਵੀ ਮੂਵਮੈਂਟ ਉਹਦੀ ਸਿਧਾਂਤ ਦੇ ਖਿਲਾਫ ਉੱਠਦੀ ਹੈ ਉਹਨੂੰ ਬਦਨਾਮ ਕਰਦੀ ਆਈ ਹੈ। ਅਤੇ ਮੇਰਾ ਇਹ ਕਹਿਣ ਦਾ ਮਤਲਬ ਹੈ ਕਿ ਅਗਰ ਅਸੀਂ ਹੋਰ ਤਰੀਕੇ ਨਾਲ, ਹੋਰ ਜਿਹੜੇ ਬੰਦੇ ਨੇ ਜਿਹੜੇ ਬਿਹਾਰ ਤੋਂ ਨੇ ਜਾਂ ਹੋਰ ਨੇ, ਅਗਰ ਉਹਨਾਂ ਨੂੰ ਅਸੀਂ ਆਪਣਾ ਮੈਸੇਜ ਜਿਹੜਾ ਹੋਰ ਬੈਟਰ ਤਰੀਕੇ ਨਾਲ, ਕਿਉਂਕਿ ਇੰਪਰੂਵਮੈਂਟ ਦੀ ਜਿਹੜੀ ਪੋਸੀਬਿਲਿਟੀ ਹਰ ਕੰਮ 'ਚ ਹੁੰਦੀ ਹੈ। ਛੋਟੀ ਜਿਹੀ ਉਦਾਹਰਨ ਦਿੰਦਾ ਜੀ, ਚਲੋ ਗੱਲ ਹੋਰ ਪਾਸੇ ਨਹੀਂ ਜਾਣੀ ਚਾਹੀਦੀ। ਉਸੇ ਮੂਵਮੈਂਟ ਦੇ ਵਿੱਚ ਪੰਜਾਬ ਦੇ ਕਿਸਾਨ ਆ ਜਿਨ੍ਹਾਂ ਦੇ ਗਾਤਰੇ ਪਾਏ ਹੋਏ, ਯਾਨੀ ਅੰਮ੍ਰਿਤ ਛਕਿਆ ਹੈ, ਦਾੜੇ ਖੁੱਲੇ। ਉਸੇ ਮੂਵਮੈਂਟ ਦੇ ਵਿੱਚ ਹਰਿਆਣਵੀ ਕਿਸਾਨ ਆ ਹੁੱਕਾ ਲੈ ਕੇ ਬੈਠੇ। ਉਸੇ ਮੂਵਮੈਂਟ ਵਿੱਚ ਮੁਸਲਮਾਨ ਕਿਸਾਨ ਆ ਜਿਹੜੇ ਮੁਸਲਿਮ ਧਰਮ ਨੂੰ ਅਪਣਾਏ ਹੋਏ, ਉਹ ਲੰਗਰ ਤਿਆਰ ਵੀ ਕਰਦੇ ਆ, ਵਰਤਾਉਂਦੇ ਵੀ, ਔਰ ਨਮਾਜ਼ ਵੀ ਪੜ੍ਹਦੇ। ਹਾਂਜੀ, ਠੀਕ ਹੈ ਜੀ। ਮਤਲਬ ਇਹ ਇੱਕ ਬੜਾ ਵਧੀਆ ਜਿਹੜੀ ਗੱਲ, ਜਿਸ ਗੱਲ ਤੋਂ ਆਪਾਂ ਸ਼ੁਰੂ ਕੀਤੀ ਕਿ ਜੈਨੋਸਾਈਡ ਜਿਹੜੀ ਆ ਉਹਦੀ ਪ੍ਰੀਵੈਂਸ਼ਨ ਤੇ ਰਿਸਪੌਂਸਿਬਿਲਿਟੀ ਉਹਨਾਂ ਲੋਕਾਂ ਤੇ ਜਿਨ੍ਹਾਂ ਦਾ ਜੈਨੋਸਾਈਡ ਹੋਣ ਦੀ ਸੰਭਾਵਨਾ ਹੁੰਦੀ ਹੈ, ਜਾਂ ਹਰ ਕੋਈ ਕੌਮ ਦੀ ਇਹ ਜ਼ਿੰਮੇਵਾਰੀ ਬਣਦੀ ਹੈ। ਸਰਕਾਰਾਂ ਨੇ ਜਾਂ ਵੱਡੀਆਂ ਤਾਕਤਾਂ ਨੇ ਇਹ ਕੰਮ ਕਰਨਾ ਹੀ ਹੁੰਦਾ। ਉਹ ਨਾ ਪਹਿਲਾਂ ਹਟੀਆਂ, ਨਾ ਅੱਜ ਹਟ ਰਹੀਆਂ, ਨਾ ਆਉਣ ਵਾਲੇ ਦਿਨਾਂ 'ਚ ਹਟਣੀਆਂ। ਉਹਨਾਂ ਨੇ ਕੋਈ ਨਾ ਕੋਈ ਹੀਲਾ ਵਸੀਲਾ ਇੱਦਾਂ ਦਾ ਲੱਭੀ ਰੱਖਣਾ, ਕੋਈ ਢੰਗ ਤਰੀਕਾ ਲੱਭੀ ਰੱਖਣਾ, ਕੋਈ ਬਹਾਨਾ ਬਣਾਈ ਰੱਖਣਾ, ਜਿਹਦੇ ਨਾਲ ਉਹਨਾਂ ਨੇ ਮੂਵਮੈਂਟਾਂ ਨੂੰ ਕ੍ਰਸ਼ ਕਰਨ ਦੇ ਨਾਂ ਹੇਠ ਕੌਮਾਂ ਨੂੰ ਵੀ ਕ੍ਰਸ਼ ਕਰਨਾ ਹੁੰਦਾ। ਠੀਕ ਹੈ ਜੀ। ਪੰਜਾਬੀ ਕੌਮ, ਮੈਂ ਸਿੱਖਾਂ ਦੀ ਗੱਲ ਨਹੀਂ ਕਰਦਾ, ਪੰਜਾਬੀ ਕੌਮ ਜਿਹਦੇ 'ਚ ਹਿੰਦੂ ਵੀ ਹੈ, ਸਿੱਖ ਵੀ ਆ, ਮੁਸਲਮਾਨ ਵੀ ਆ, ਹੋਰਾਂ ਸਿੱਖਾਂ ਦੀਆਂ ਅੱਗੋਂ ਕਿੰਨੀਆਂ ਸ਼ਿਖਾਵਾਂ, ਕੋਈ ਨਿਰੰਕਾਰੀ, ਕੋਈ ਰਾਧਾ ਸੁਆਮੀ, ਕੋਈ ਜਿਹੜੇ ਨਾਮਧਾਰੀ, ਵੱਖਰੇ ਵੱਖਰੇ ਹੈਗੇ। ਠੀਕ ਹੈ ਜੀ। ਉਹਨਾਂ ਸਾਰਿਆਂ ਦੀ ਮੂਵਮੈਂਟ ਇਹ ਬਣੀ, ਔਰ ਉਹਨਾਂ ਨੇ ਕਿਸੇ ਨੇ ਵੀ ਆਪਣੇ ਧਰਮ ਦਾ ਨਾਅਰਾ ਨਹੀਂ ਲਾਇਆ। ਸਾਡੇ ਹੁਣ ਜੇ ਅਸੀਂ ਕਹੀਏ ਜੀ ਧਰਮ ਦੇ ਨਾਅਰੇ ਤੇ ਲੱਗਦੇ ਆ, ਬੋਲੇ ਸੋ ਨਿਹਾਲ, ਇਹ ਇੱਕ ਆਮ ਗੱਲ ਹੋਈ ਹੈ। ਸਤਿ ਸ਼੍ਰੀ ਅਕਾਲ, ਹਾਂ, ਅਸੀਂ ਸਤਿ ਸ਼੍ਰੀ ਅਕਾਲ ਕਹਿੰਦੇ, ਇਹ ਇੱਕ ਆਮ ਗੱਲ ਹੈ। ਠੀਕ ਹੈ ਜੀ। ਇਹ ਇੱਕ ਆਮ ਗੱਲ ਹੋ ਗਈ ਹੈ। ਅਸੀਂ ਸਾਹਮਣੇ ਬੈਠੇ ਬੰਦੇ ਨੂੰ ਕਈ ਵਾਰੀ ਦੇਖਦੇ ਕਿ ਯਾਰ ਇਹ ਹਿੰਦੂ ਲੱਗਦਾ, ਤੇ ਅਸੀਂ ਆਪ ਹੀ ਨਮਸਤੇ ਕਹਿ ਦਿੰਦੇ। ਟੈਲੀਫੋਨ ਤੇ ਸਾਨੂੰ ਆਵਾਜ਼ ਦਾ ਪਤਾ ਲੱਗ ਜਾਂਦਾ ਕਿ ਕੋਈ ਸਾਡਾ ਪਾਕਿਸਤਾਨੀ ਭਰਾ ਹੋ ਸਕਦਾ, ਅਸੀਂ ਅਦਾਬਰਜ਼ ਆਪ ਹੀ ਕਹਿ ਦਿੰਦੇ। ਹਾਂਜੀ, ਤੇ ਵਾਲੇਕੁਮ ਸਲਾਮ ਆਪ ਹੀ ਕਹਿ ਦਿੰਦੇ। ਇਹ ਯਾਨੀ ਇਹ ਇੱਕ ਉਹ ਕੋਸ਼ਿਸ਼ ਹੈਗੀ ਆ, ਤੇ ਕੋਸ਼ਿਸ਼ ਇਹ ਹੋਣੀ ਚਾਹੀਦੀ ਆ ਕਿ ਅਸੀਂ ਦੂਜੇ ਉਸ ਜਿਹਨੇ ਜ਼ੁਲਮ ਕਰਨਾ, ਜਿਹਨੇ ਜੈਨੋਸਾਈਡ ਕਰਨਾ, ਉਹਨੂੰ ਇਹ ਦੱਸ ਦਈਏ, ਮੈਸੇਜ ਕਨਵੇ ਕਰ ਦਈਏ ਕਿ ਅਸੀਂ ਅਵੇਅਰ ਹਾਂ, ਤੂੰ ਸਾਡੇ ਤੇ ਜ਼ੁਲਮ ਨਹੀਂ ਕਰ ਸਕਦਾ। ਤੇ ਅਸੀਂ ਆਪਦੀ ਜਿਹੜੀ ਜਨਰੇਸ਼ਨ ਹੈ ਉਹਨੂੰ ਇਹਦੇ ਨਾਲ ਜੋੜ ਦਈਏ। ਅੱਜ ਮੈਨੂੰ ਲੱਗਦਾ ਕਿ ਜਨਰੇਸ਼ਨ ਵੀ ਕਾਫੀ ਅਵੇਅਰਨੈਸ ਜਿਹੜੀ ਉਹਦੇ 'ਚ ਆਈ। ਮੈਂ ਹੁਣ ਛੋਟੀ ਜਿਹੀ ਗੱਲ ਦੱਸਦਾ ਤੁਹਾਨੂੰ। ਮੇਰੀ ਗ੍ਰੈਂਡ ਡਾਟਰ ਜਪਜੀ, ਤੁਸੀਂ ਛੋਟੀ ਜਿਹੀ ਹੈ, ਕੱਲ ਦੀ ਸ਼ਾਮ ਦੀ ਗੱਲ ਜੀ, ਮੇਰਾ ਧਿਆਨ ਹੋਰ ਪਾਸੇ ਸੀਗਾ, ਤੇ ਉਹ ਆਪਦੀ ਗ੍ਰੈਂਡ ਮਦਰ ਨਾਲ ਗੱਲ ਕਰ ਰਹੀ ਸੀਗੀ। ਕਹਿੰਦੀ ਜੀ ਉੱਥੇ ਜਿਹੜਾ ਮੋਦੀ ਆ ਨਾ ਜੀ, ਉਹ ਲੋਕਾਂ ਦੀਆਂ ਜ਼ਮੀਨਾਂ ਜਿਹੜੀਆਂ ਉਹ ਖੋਹਣ ਦੀ ਕੋਸ਼ਿਸ਼ ਕਰ ਰਿਹਾ। ਅੱਛਾ। ਤੇ ਉਹਨੂੰ ਪੁੱਛਦੀ ਫਿਰ ਕੀ ਹੋਊਗਾ? ਕਹਿੰਦੀ ਫਿਰ ਰੋਟੀ ਕਿੱਥੋਂ ਖਾਵਾਂਗੇ? ਮਤਲਬ ਇੱਕ ਛੋਟਾ ਬੱਚਾ, ਉਹ ਵੀ ਟੀਵੀ ਦੇ, ਜਿੱਦਾਂ ਅਸੀਂ ਟੀਵੀ ਦੇਖਦੇ, ਮੈਂ ਘਰ ਜਦੋਂ ਜਾਵਾਂ ਜੀ ਟੀਵੀ ਲਾ ਲੈਣਾ, ਕੋਈ ਨਾ ਕੋਈ ਚੈਨਲ ਲਾ ਕੇ ਤੇ ਨਿਊਜ਼ ਹੀ ਵੇਖਣੀਆਂ ਹੁੰਦੀਆਂ, ਧਿਆਨ ਉੱਧਰ ਹੁੰਦਾ ਵੀ ਕੀ ਹੋ ਰਿਹਾ ਸਾਰਾ ਕੁਛ। ਉਹ ਬੱਚੇ ਵੀ ਨੈਚੁਰਲੀ ਕੋਲ ਹੀ ਬੈਠੇ ਹੁੰਦੇ, ਉਹਨਾਂ ਦੇ ਦਿਮਾਗ 'ਚ ਵੀ ਇਹ ਗੱਲ ਸਟਰਾਈਕ ਤਾਂ ਕੀਤੀ ਹੈ ਜੀ। ਜੇ 6-7 ਸਾਲ ਦਾ ਬੱਚਾ ਸੋਚ ਸਕਦਾ, ਤੇ ਸਾਡੀ ਜਿਹੜੀ ਜਵਾਨੀ ਹੈ ਉਹ ਕਿਉਂ ਨਹੀਂ ਸੋਚ ਸਕਦੀ? ਇਹ ਜੇ ਕਨਵੇ ਹੋ ਜਾਵੇ ਪ੍ਰੋਪਰ ਵੇ ਨਾਲ, ਤੇ ਜੈਨੋਸਾਈਡ ਨਹੀਂ ਹੋ ਸਕੂਗਾ। ਨਹੀਂ ਤੇ ਮੈਂ ਜਿਵੇਂ ਦੱਸ ਰਿਹਾ ਤੁਹਾਨੂੰ, ਇਹ ਮੂਵਮੈਂਟ ਦਾ ਕ੍ਰਸ਼ ਪਹਿਲੇ ਦਿਨ ਕਰ ਦੇਣੀ ਸੀ ਇਹਨਾਂ ਨੇ। ਬਿਲਕੁਲ ਠੀਕ ਹੈ ਜੀ। ਬਾਕੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਤੁਸੀਂ ਉਹਦੀ ਛੋਟੀ ਬੱਚੀ ਦੀ ਐਗਜ਼ਾਮਪਲ ਦਿੱਤੀ। ਮੈਂ ਇੱਕ ਗੈਸ ਸਟੇਸ਼ਨ 'ਤੇ ਗੈਸ ਭਰਵਾ ਰਿਹਾ ਸੀ। ਦੋ ਜਿਹੜੇ ਹੈ ਸੀ ਨਾ, ਦੋ ਪੋਰਸ਼ਨ ਜਿੱਥੇ ਤੁਸੀਂ ਗੱਡੀ ਖੜੀ ਕਰ ਸਕਦੇ ਹੋ। ਤੀਸਰੇ ਪੋਰਸ਼ਨ ਜਿਹੜਾ ਬੈਕ 'ਤੇ ਮੇਰੀ ਗੱਡੀ 'ਤੇ ਇੱਕ ਗੋਰਾ ਵੇਟ ਕਰ ਰਿਹਾ ਸੀ, ਅਤੇ ਮੈਂ ਸੈਕਿੰਡ ਸੀ, ਮੈਂ ਆਪਣਾ ਫਿਲਅਪ ਕਰ ਰਿਹਾ ਸੀ। ਅਤੇ ਮੈਂ ਜਦੋਂ ਗੱਡੀ ਪੇ ਕਰਕੇ ਸਾਰਾ ਕੁਝ ਕਰਕੇ ਮੈਂ ਗੱਡੀ ਕੱਢਣ ਲੱਗਾ, ਅਤੇ ਮੈਨੂੰ ਲੱਗਿਆ ਵੀ ਉਹ ਗੱਡੀ 'ਚ ਉਤਰ ਕੇ ਮੇਰੇ ਕੋਲ ਆ ਰਿਹਾ ਹੈਗਾ।
ਮੈਨੂੰ ਲੱਗਾ ਕਿ ਜਿਸ ਤਰ੍ਹਾਂ ਸ਼ਾਇਦ ਉਹ ਕੋਈ ਕੰਪਲੇਨ ਕਰਨੀ ਚਾਹੁੰਦਾ ਹੈ ਕਿ ਮੈਂ ਉਦੋਂ ਮਾਸਕ ਨਹੀਂ ਸੀ ਪਾਇਆ ਹੋਇਆ, ਠੀਕ ਹੈ ਜੀ। ਤੇ ਮੈਨੂੰ ਇਹ ਵੀ ਨਹੀਂ ਸੀ ਪਤਾ ਕਿ ਅਗਰ ਤੁਸੀਂ ਇਕੱਲੇ ਹੈਗੇ ਹੋ ਤਾਂ ਪਬਲਿਕ ਪਲੇਸ 'ਤੇ ਮਾਸਕ ਪਾਉਣਾ ਚਾਹੀਦਾ ਕਿ ਨਹੀਂ ਪਾਉਣਾ ਚਾਹੀਦਾ। ਉਹ ਮੇਰੇ ਵੱਲ ਆਇਆ ਅਤੇ ਉਹ ਕਹਿੰਦਾ ਮੈਂ ਤੇਰੇ ਨਾਲ ਗੱਲ ਕਰਨੀ ਆ। ਮੈਂ ਕਿਹਾ ਹਾਂ ਦੱਸੋ। ਕਹਿੰਦਾ ਮੈਨੂੰ ਪਤਾ ਹੈਗਾ ਜੋ ਇੰਡੀਆ 'ਚ ਹੋ ਰਿਹਾ ਹੈਗਾ, ਕਿਉਂ ਹੋ ਰਿਹਾ, ਕਿੱਦਾਂ ਹੋ ਰਿਹਾ, ਇਹ ਵੀ ਮੈਨੂੰ ਪਤਾ ਹੈ, ਲੇਕਿਨ ਇੱਕ ਸਜੈਸ਼ਨ ਆ ਤੁਹਾਡੇ ਵਾਸਤੇ। ਮੈਂ ਕਿਹਾ ਕੀ ਹੈ? ਕਹਿੰਦਾ ਤੁਸੀਂ ਟ੍ਰੈਫਿਕ ਨਾ ਬਲੌਕ ਕਰਿਆ ਕਰੋ। ਅੱਛਾ, ਠੀਕ ਹੈ ਜੀ। ਤੁਸੀਂ ਟ੍ਰੈਫਿਕ ਨਾ ਬਲੌਕ ਕਰਿਆ ਕਰੋ। ਜਿਹੜਾ ਬੈਸਟ ਤਰੀਕਾ ਹੈਗਾ ਹਰ ਚੌਂਕ 'ਚ ਜਿੱਥੇ ਜਿਹੜੀ ਪਬਲਿਕ ਮੂਵਮੈਂਟ ਹੈ ਉਹ ਡਿਸਟਰਬ ਨਾ ਹੋਏ, ਉਹ ਕਰੋ ਤੁਸੀਂ। ਤੁਹਾਡਾ ਮੈਸੇਜ ਬਹੁਤ ਜ਼ਿਆਦਾ ਜਾਏਗਾ, ਦੂਰ ਦੂਰ ਤੱਕ ਜਾਏਗਾ, ਠੀਕ ਹੈ ਜੀ। ਮੈਨੂੰ ਲੱਗਾ ਕਿ ਜਿਸ ਤਰ੍ਹਾਂ ਉਹ ਜਿਹੜੇ ਆਪਣੇ ਇੱਥੇ ਵੀਰ ਭੈਣ ਨੇ ਉਹਨਾਂ ਨੂੰ ਮੈਸੇਜ ਦੇ ਰਿਹਾ, ਜਿਹੜੇ ਇੰਡੀਆ ਬੈਠੇ ਨੇ ਉਹਨਾਂ ਨੂੰ ਮੈਸੇਜ ਦੇ ਰਿਹਾ ਕਿ ਆਹ ਉੱਥੇ ਸਾਡੀ ਸਰਕਾਰ ਜਿਹੜੀ ਤੁਹਾਨੂੰ ਪਤਾ ਹੀ ਹੈ, ਹਾਂਜੀ, ਜਿੰਨਾ ਚਿਰ ਤੱਕ ਨੱਕ 'ਚ ਦਮ ਨਾ ਆ ਜਾਵੇ ਜੀ, ਨੱਕ, ਹਾਂਜੀ, ਮੈਂ ਉਹਨਾਂ ਚਿਰ ਤੱਕ ਉਹ ਗੱਲ ਵੀ ਨਹੀਂ ਸੁਣਦੇ। ਕਿੰਨੇ ਸ਼ਾਂਤਮਈ ਤਰੀਕੇ ਦੇ ਨਾਲ ਲੋਕਾਂ ਨੇ ਪ੍ਰੋਟੈਸਟ ਕਰਨੇ ਸ਼ੁਰੂ ਕੀਤੇ ਸੀਗੇ ਤੇ ਕਿੱਥੇ ਤੱਕ ਗੱਲ ਪਹੁੰਚ ਗਈ ਹੈਗੀ। ਅੱਜ ਮਤਲਬ ਜਿਹੜੀ ਹੁਣ ਸਥਿਤੀ ਬਣੀ ਹੈ ਉਹਦੇ ਵਿੱਚ ਆਪਾਂ ਕਿਸਾਨਾਂ ਨੂੰ ਕਹੀਏ ਜੀ ਵੀ ਤੁਸੀਂ ਟ੍ਰੈਫਿਕ ਨਾ ਰੋਕੋ ਤਾਂ ਘਰਾਂ ਨੂੰ ਚਲੇ ਜਾਓ। ਮੈਂ ਇੱਕ ਜਨਰਲ ਗੱਲ ਕਰਦਾ, ਉਹ ਕਿ ਲੋਕਾਂ ਨੂੰ ਲੋਕ ਜਿਹੜੇ ਨੇ ਨਾ, ਆਮ ਬੰਦੇ ਜਿਹੜੇ ਦਿਹਾੜੀਦਾਰ ਨੇ ਜਾਂ ਕੋਈ ਫੇਰਾ ਤੋਰਾ ਕਰਨ ਵਾਲੇ, ਉਹਨਾਂ ਦੀ ਬਹੁਤ ਸਪੋਰਟ ਕਰ ਰਹੇ ਹੈਗੇ। ਕੱਲ੍ਹ ਹੀ ਤੁਸੀਂ ਦੇਖਿਆ ਹੋਣਾ ਕਿ ਪ੍ਰੈਗਨੈਂਟ ਲੇਡੀ ਸੀ, ਉਹਨੂੰ ਲੈ ਕੇ ਗਏ ਉਹ ਬਾਹਰ ਕਰਵਾ ਕੇ, ਠੀਕ ਹੈ ਜੀ। ਬਟ ਮੈਂ ਇੱਥੋਂ ਦੀ ਗੱਲ ਕਰਨਾ ਹੈਗਾ ਕਿ ਮੇਰੀ ਰਿਕੁਐਸਟ ਹੈ ਇੱਕ, ਤੁਸੀਂ, ਮੈਂ ਅਗਰ ਗਲਤ ਹੋਵਾਂ ਤੁਸੀਂ ਮੈਨੂੰ ਇੰਟਰਪਟ ਕਰ ਸਕਦੇ ਹੋ ਕਿ ਆਪਾਂ ਮੈਸੇਜ ਕਨਵੇ ਕਰਨਾ ਹੈ ਇੱਕ। ਨਹੀਂ ਜੀ, ਉਹ ਤਾਂ ਇਹ ਦੇਖੋ ਬੜੇ ਲੋਕ ਕਰ ਰਹੇ ਜੀ, ਵੱਖਰੇ ਵੱਖਰੇ ਜਿਹੜੇ ਸਟਾਪ ਸਾਈਨ ਹੈ ਜਾਂ ਜਿੱਥੇ ਚੌਕ ਹੁੰਦਾ ਉੱਥੇ ਖਲੋ ਕੇ ਈਵਨ ਹਨੇਰੇ ਤੱਕ, ਆ, ਠੀਕ ਹੈ ਜੀ। ਹੁਣ ਆ ਦੇਖੋ ਇਸ ਵੇਲੇ 6:30 ਵੱਜ ਗਏ ਸਾਡੇ ਸਟੂਡੀਓ ਦੇ ਵਿੱਚ ਤੇ ਬਾਹਰ ਚੋਖਾ ਹਨੇਰਾ ਹੋ ਚੁੱਕਾ। ਉਸ ਹਨੇਰੇ ਦੇ ਵਿੱਚ ਵੀ ਖੜੇ ਤਖਤੀਆਂ ਲੈ ਕੇ ਪੂਰੀ ਫੈਮਿਲੀ, ਛੋਟੇ ਤੋਂ ਲੈ ਕੇ ਵੱਡੇ ਤੱਕ ਸਾਰੇ ਖੜੇ, ਠੀਕ ਹੈ ਜੀ। ਬੱਚੇ ਵੀ ਖੜੇ ਹੁੰਦੇ, ਸਿਆਣੇ ਵੀ, ਉਹਨਾਂ ਦੇ ਪੇਰੈਂਟਸ ਵੀ ਖੜੇ ਹੁੰਦੇ, ਗ੍ਰੈਂਡ ਪੇਰੈਂਟਸ ਵੀ ਖੜੇ ਹੁੰਦੇ, ਔਰ ਉਹ ਲੋਕੀ ਹੌਂਕ ਕਰਕੇ ਆਪਣੀ ਉਹਨਾਂ ਨੂੰ ਸਪੋਰਟ ਜਿਹੜੀ ਜ਼ਾਹਰ ਕਰਦੇ। ਇਹ ਇੱਕ ਤਰੀਕਾ ਇੱਥੋਂ ਦਾ, ਠੀਕ ਹੈ ਜੀ। ਉੱਥੇ ਹੌਰਨ ਮਾਰਨਾ ਹੋਰ ਗੱਲ ਹੈ, ਇੱਥੇ ਹੌਰਨ ਮਾਰਨਾ ਹੋਰ ਗੱਲ ਹੈ, ਠੀਕ ਹੈ ਨਾ। ਸੋ ਮਤਲਬ ਉਹ ਗੱਲ ਹੈ ਆਪਾਂ ਉੱਥੇ ਲੈ ਕੇ ਆਈਏ ਫਿਰ ਕਿ ਜੈਨੋਸਾਈਡ ਜਿਹੜੀ ਹੋਈ ਬਹੁਤ ਖਤਰਨਾਕ ਪੱਧਰ 'ਤੇ ਹੋਈ, ਪੂਰੇ ਵਰਲਡ ਦੇ ਵਿੱਚ ਹੋਈ। ਜਿਨ੍ਹਾਂ ਕੌਮਾਂ ਨਾਲ ਹੋਈ ਉਹਨਾਂ ਕੌਮਾਂ ਨੂੰ ਪੈਰਾਂ 'ਤੇ ਖਲੋਣ ਦੇ ਚਾਂਸਿਸ ਮਿਲੇ। ਜਿਹੜੀਆਂ ਹੋ ਗਈਆਂ ਕੌਮਾਂ ਪੈਰਾਂ 'ਤੇ ਖਲੋ ਗਈਆਂ, ਉਹਨਾਂ ਨੇ ਦੁਨੀਆ ਨੂੰ ਇੱਕ ਬਹੁਤ ਵਧੀਆ ਰਾਹ ਵੀ ਦਿਖਾਏ। ਜਿਵੇਂ ਜਿਊਸ਼ ਬਾਰੇ ਆਪਾਂ ਗੱਲ ਕਰਦੇ ਹਾਂ, ਉਹਨਾਂ ਨੇ ਦੁਨੀਆ ਦੀ ਇਕੋਨਮੀ ਉੱਤੇ ਕਬਜ਼ਾ ਕੀਤਾ ਹੋਇਆ। ਮੈਂ ਇਹਨੂੰ ਬੈਡ ਸੈਂਸ ਵਿੱਚ ਨਹੀਂ, ਗੁੱਡ ਸੈਂਸ ਵਿੱਚ, ਠੀਕ ਹੈ ਜੀ, ਕੰਪੀਟ ਕਰਕੇ ਕੀਤਾ। ਹਾਂਜੀ, ਠੀਕ ਹੈ ਜੀ। ਜੇ ਸਿੱਖਾਂ ਦਾ ਜੈਨੋਸਾਈਡ ਹੋਇਆ ਤੇ ਠੀਕ ਹੈ, ਅੱਜ ਸਿੱਖ ਪੂਰੇ ਸੰਸਾਰ ਦੇ ਵਿੱਚ ਹੈਗੇ ਆ। ਮੈਂ ਤੇ ਇੱਕ ਚੀਜ਼ MP ਸਿੰਘ ਜੀ ਤੁਸੀਂ ਕਿਹਾ ਕਿ ਹੋਇਆ 84 ਨੇ ਇੱਕ ਐਸੀ ਚੀਜ਼ ਕ੍ਰੀਏਟ ਕੀਤੀ ਕਿ ਕੁੱਬੇ ਦੇ ਲੱਤ ਵੱਧ ਗਈ। ਉਸ ਤੋਂ ਬਾਅਦ ਆਪਣੇ ਪੰਜਾਬੀ ਸਾਰੇ ਦੁਨੀਆ 'ਚ ਫੈਲ ਗਏ ਜੀ, ਇੱਕ ਸ਼ਹਿਰ 'ਚ ਪੰਜਾਬ ਕ੍ਰੀਏਟ ਕਰ ਦਿੱਤਾ। ਹਾਂਜੀ ਬਿਲਕੁਲ, ਠੀਕ ਹੈ ਜੀ। ਹੁਣ ਤੁਸੀਂ ਜਿੰਨੇ ਵੱਡੇ ਕੰਟਰੀ ਹੈ ਦੁਨੀਆ ਦੇ, ਹਰ ਜਗ੍ਹਾ 'ਤੇ ਜਾ ਕੇ ਦੇਖੋ, ਈਵਨ ਜਿਹੜੇ ਕੰਟਰੀਜ਼ 'ਚ ਐਕਸਪੈਕਟ ਵੀ ਨਹੀਂ ਸੀ ਕਰ ਸਕਦੇ ਕਿ ਉੱਥੇ ਦੇ ਹਾਲਾਤ ਮੁਤਾਬਿਕ ਜਾਂ ਉੱਥੋਂ ਦੇ ਲਾਅ ਐਂਡ ਆਰਡਰ ਸਿਚੁਏਸ਼ਨ ਜਾਂ ਉੱਥੋਂ ਦੇ ਟੋਪੋਗ੍ਰਾਫੀਕਲ ਸਿਚੁਏਸ਼ਨ ਜਿਸ ਤਰ੍ਹਾਂ ਦੀ ਹੈ, ਜਿਹੜੀ ਪੰਜਾਬੀ ਰਹਿਣ ਸਹਿਣ ਦੇ ਮਾਕੂਲ ਨਹੀਂ ਹੈ, ਉੱਥੇ ਵੀ ਹੈਗੇ ਨੇ ਪੰਜਾਬੀ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਉੱਥੇ ਜਾ ਕੇ ਉਹਨਾਂ ਨੇ ਨਾਮ ਜਪੋ, ਵੰਡ ਛਕੋ ਤੇ ਕਿਰਤ ਕਰੋ ਦਾ ਜਿਹੜਾ ਸਿਧਾਂਤ ਹੈ ਉਹ ਫੈਲਾਇਆ ਹੈਗਾ। ਠੀਕ ਹੈ ਜੋਂਦੇ, ਤੁਹਾਡੀ ਗੱਲ ਬਿਲਕੁਲ ਠੀਕ ਹੈ। ਸਮਾਂ ਸਾਡੇ ਕੋਲ ਬੜਾ ਘੱਟ, ਸਿਰਫ 2 ਮਿੰਟ ਹੈਗੇ। ਮੈਂ ਤੁਹਾਨੂੰ ਅਖੀਰ ਤੇ ਗੱਲ ਦੱਸਣੀ ਚਾਹੁੰਦਾ ਕਿ ਅਸੀਂ ਅੱਜ, ਤੁਸੀਂ ਜਿਵੇਂ ਦੱਸਿਆ ਕਿ 84 ਦੀ ਘਟਨਾਵਾਂ ਤੋਂ ਬਾਅਦ ਸਿੱਖ ਸਾਰੇ ਸੰਸਾਰ 'ਚ ਫੈਲ ਗਏ, ਚੰਗੀ ਗੱਲ ਹੈ। ਜਿਹਦਾ ਕਰਕੇ ਫੈਲੇ ਉਹਨਾਂ ਨੂੰ ਸ਼ਰਧਾਂਜਲੀ ਦੇਣਾ ਵੀ ਸਾਡਾ ਫਰਜ਼ ਬਣਦਾ ਹੈ। ਔਰ ਸਾਨੂੰ ਉਹ ਘਟਨਾਵਾਂ ਕਿਉਂ ਵਾਪਰੀਆਂ ਉਹਨਾਂ ਦੀ ਜ਼ਿੰਮੇਵਾਰੀਆਂ ਜਿਹੜੀਆਂ ਉਹ ਫਿਕਸ ਕਰਨੀਆਂ ਪੈਣਗੀਆਂ। ਕਿਸੇ ਦੀ ਘੱਟ ਹੈ, ਕਿਸੇ ਦੀ ਵੱਧ ਹੈ, ਕੌਣ ਕਿੰਨਾ ਜ਼ਿੰਮੇਵਾਰ ਹੈ, ਇਹਦੇ ਬਾਰੇ ਗੱਲਬਾਤ ਕਰਦੇ ਰਹਿਣਾ ਚਾਹੀਦਾ, ਨਿਰਣਾ ਕਰਦੇ ਰਹਿਣਾ ਚਾਹੀਦਾ। ਬਲਾਈਂਡ ਹੋ ਕੇ ਕੋਈ ਗੱਲ ਨਹੀਂ ਹੋਣੀ ਚਾਹੀਦੀ। ਔਰ ਸਾਡੀ ਜਨਰੇਸ਼ਨ ਨੂੰ, ਹੋਣ ਵਾਲੀ ਨੂੰ ਵੀ, ਆਉਣ ਵਾਲੀ ਨੂੰ ਵੀ ਪਤਾ ਲੱਗਣਾ ਚਾਹੀਦਾ ਤਾਂ ਕਿ ਇਹੋ ਜਿਹੀਆਂ ਘਟਨਾਵਾਂ ਦੁਬਾਰਾ ਸਾਡੀ ਕੌਮ ਨਾਲ ਨਾ ਹੋ ਸਕਣ। ਤੁਹਾਡੀ ਬੜੀ ਮਿਹਰਬਾਨੀ ਜੀ, ਸਮਾਂ ਤੁਸੀਂ ਕੱਢਿਆ ਔਰ ਬੜੇ ਸੈਂਸਿਟਿਵ ਵਿਸ਼ੇ 'ਤੇ ਗੱਲਬਾਤ ਹੋਈ ਹੈ। ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ।